ਵਾਹਿਗੁਰੂ ਸਾਹਿਬ ਜੀਓ ਕੇ ਸਰਬੰ ਕਲੀਮੈ ਕੇ ਪਰਮੰ ਫਹੀਮੈ ਕੇ ਸਰਬੰ ਕਲੀਮੈ ਕੇ ਪਰਮੰ ਫਹੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜ਼ੂ ਹੈ ਤਮਾਮੁਲ ਰਜ਼ੂ ਹੈ ਹਮੇਸ਼ੁਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸ਼ਿਕਸਤੈ ਗਰੀਬੁਲ ਪਰਸਤੈ ਬੇਲੰਦੁਲ ਮਕਾਨੈ ਜ਼ਮੀਨੁਲ ਜ਼ਮਾਨੈ ਤਮੀਜ਼ੁਲ ਤਮਾਮੈ ਰੁਜ਼ੂਅਲ ਨਿਧਾਨੈ ਹਰੀਫੁਲ ਅਜ਼ੀਮੈ ਰਜ਼ਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਪੰਗ ਹੈ ਅਜ਼ੀਜ਼ੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਅਜੀਜ਼ੁਲ ਨਿਵਾਜ਼ ਹੈ ਗਨੀਮੁਲ ਖਿਰਾਜ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਪਾਤਸ਼ਾਹ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਲੋਕ ਪਰਲੋਕ ਦੇ ਸਹਾਇਕ ਸਰਬ ਕਲਾ ਸਮਰੱਥ ਅੰਤਰਜਾਮੀ ਗੁਰਦੇਵ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਅਕਾਲ ਪੁਰਖ ਵੱਲੋਂ ਮਿਲੇ ਸਵਾਸਾਂ ਨੂੰ ਲੇਖੇ ਵਿੱਚ ਲਾ ਰਹੇ ਹੋ। ਜਾਪ ਸਾਹਿਬ ਜੋ ਕਿ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਜਮਨਾ ਦੇ ਕਿਨਾਰੇ 'ਤੇ ਇਹ ਬਾਣੀ ਉਚਾਰਨ ਕੀਤੀ ਹੈ। ਇਹਦੇ ਅੰਦਰ ਬੜੇ ਹੀ ਪਿਆਰ ਭਰੇ ਅਲਫਾਜ਼, ਬੜੀ ਡੂੰਘੀ ਨੇੜਤਾ ਵਿੱਚੋਂ ਇਹ ਸ਼ਬਦ ਨਿਕਲੇ ਨੇ। ਉਸਤਤ ਵਿੱਚ ਹਜ਼ੂਰ ਕਹਿ ਰਹੇ ਨੇ, ਕਹਿੰਦੇ ਕਿ ਸਰਬੰ ਕਲੀਮੈ। ਕਲਾਮ ਦੇ ਅਰਥ ਗਿਆਨ ਬਣਦੇ ਨੇ, ਅਤੇ ਗਿਆਨ ਉਹ, ਕਿਉਂਕਿ ਗਿਆਨ ਕਈ ਤਰ੍ਹਾਂ ਦਾ ਹੈ। ਸੁਭਾਵਿਕ ਗਿਆਨ ਤੇ ਹਰ ਇੱਕ ਜੀਵ ਦੇ ਕੋਲ ਹੈ ਹੀ, ਅਤੇ ਜਨਮ ਲੈਂਦਿਆਂ ਸਾਰ ਹੀ ਉਹਦੇ ਵਿੱਚ ਆ ਜਾਂਦਾ, ਕੋਈ ਵੱਡੀ ਗੱਲ ਨਹੀਂ। ਪੀਣ ਦਾ, ਦੁੱਧ ਪੀਣ ਦਾ ਗਿਆਨ ਬੱਚੇ ਦੇ ਜਨਮ ਤੋਂ ਕੁਝ ਘੰਟਿਆਂ ਬਾਅਦ ਸ਼ੁਰੂ ਹੋ ਜਾਂਦਾ ਹੈ, ਉਹ ਵੀ ਇੱਕ ਗਿਆਨ ਹੈ। ਫਿਰ ਅੱਗੇ ਜਿਉਂ-ਜਿਉਂ ਸਰੀਰ ਵੱਧਦਾ ਤਿਉਂ-ਤਿਉਂ ਉਹਦੇ ਵਿੱਚ ਸੰਸਾਰੀ ਗਿਆਨ ਵੱਧਦਾ ਹੈ। ਇਸ ਤਰ੍ਹਾਂ ਫਿਰ ਆਲਿਓਂ ਦੁਆਲਿਓਂ
ਵਾਤਾਵਰਨ ਵਿੱਚੋਂ ਬੱਚਾ ਗਿਆਨ ਖਿੱਚਦਾ ਹੈ ਸੰਸਾਰ ਵਿੱਚ ਰਹਿਣ ਵਾਸਤੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਫਿਰ ਜਦੋਂ ਧਰਮ ਦੀ ਦੁਨੀਆ ਵਿੱਚ ਕਿਤੇ ਦਾਖਲ ਹੋ ਜਾਏ ਤੇ ਉੱਥੇ ਇੱਕ ਗਲਤੀ ਹੋ ਜਾਂਦੀ। ਉਹ ਸੋਚਦਾ ਜਿਵੇਂ ਦਾ ਸੰਸਾਰ ਦਾ ਗਿਆਨ ਸੀ ਉਵੇਂ ਦਾ ਹੀ ਇਹ ਹੈ, ਜਾਣਕਾਰੀ ਹੈ। ਪਰ ਜਿਹੜਾ ਗਿਆਨ ਗੁਰੂ ਘਰ ਦਾ ਹੈ, ਜਾਂ ਕਹਿ ਲਈਏ ਸ਼ਬਦ ਦਾ ਗਿਆਨ ਹੈ, ਜਾਂ ਰੱਬ ਦੀ ਬਖਸ਼ਿਸ਼ ਦਾ ਗਿਆਨ ਹੈ, ਇਹ ਸੁਭਾਵਿਕ ਗਿਆਨ ਵਰਗਾ ਨਹੀਂ ਹੈ। ਇਹਦੇ ਵਾਸਤੇ ਬੰਦੇ ਨੂੰ ਆਪਣੇ ਅੰਦਰ ਇੱਕ ਸੁੱਤੀ ਹੋਈ ਮਹਾਂ ਸ਼ਕਤੀ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਵਿਵੇਕ ਬੁੱਧੀ, ਉਹਨੂੰ ਹਲੂਣਾ ਦੇਣਾ ਪੈਂਦਾ, ਉਹਨੂੰ ਜਗਾਉਣਾ ਪੈਂਦਾ। ਉਹ ਅੰਦਰ ਸੁੱਤਾ ਪਿਆ ਹੈ, ਜਿਹਨੂੰ ਸਤਿਗੁਰੂ ਨੇ ਕਿਹਾ ਹੈ ਵੀ ਤੂੰ ਜਾਗਣ ਦੀ ਕੋਸ਼ਿਸ਼ ਕਰ, ਤੂੰ ਅੰਦਰੋਂ ਜਾਗ। ਉਹਨੂੰ ਕਿਹਾ ਹੈ ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚ। ਕਿਸੇ ਬੰਦੇ ਦਾ ਮਨ ਜਾਗ ਪਏ, ਉਹਨੂੰ ਕਹਿੰਦੇ ਨੇ ਕਿਸੇ ਬੰਦੇ ਦੇ ਅੰਦਰ ਸੁੱਤੀ ਹੋਈ ਵਿਵੇਕ ਬੁੱਧੀ। ਬੜੀ ਥਾਂ ਤੇ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਕਿ ਹਰ ਇੱਕ ਬੰਦੇ ਦੇ ਸਰੀਰ ਵਿੱਚ 2 ਪੰਛੀ ਨਿਵਾਸ ਕਰਦੇ ਨੇ। ਵੈਸੇ ਤੇ ਬਾਣੀ ਵਿੱਚ ਕਈਆਂ ਪਸ਼ੂਆਂ ਦਾ ਵੀ ਨਾਮ ਲਿਆ ਵੀ ਸਰੀਰ ਬੰਦੇ ਦਾ ਹੈ, ਅੰਦਰ ਪਸ਼ੂ ਨੇ, ਪਰ ਇਹ ਖਾਸ ਤੌਰ ਤੇ 2 ਪੰਛੀ ਪਰਿੰਦੇ ਗੁਰਬਾਣੀ ਵਿੱਚ ਗਿਣੇ ਗਏ ਨੇ। ਉਹਨਾਂ ਵਿੱਚੋਂ ਇੱਕ ਹੈ ਕਾਗ ਤੇ ਦੂਸਰਾ ਹੰਸ ਹੈ। ਬਚਨ ਮੈਂ ਥੋੜ੍ਹੇ ਜਿਹੇ ਸਾਂਝੇ ਕਰਾਂ ਸਮੇਂ ਅਨੁਸਾਰ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋਵੈ। ਇਹ ਦੋਵੇਂ ਜਾਨਵਰ ਬੰਦੇ, ਦੋਵੇਂ ਪੰਛੀ ਮਨੁੱਖ ਦੀ ਸੁਰਤ ਵਿੱਚ ਨੇ, ਆਕਾਰ ਵਾਲੇ ਨਹੀਂ, ਸਰੀਰ ਵਾਲੇ ਨਹੀਂ, ਸੁਰਤ ਦੇ ਤੌਰ ਤੇ ਨੇ, ਧਿਆਨ ਦੇ ਤੌਰ ਤੇ। ਹੁਣ ਸਾਡਾ ਹੰਸ ਜਿਹੜਾ ਉਹ ਤੇ ਸੁੱਤਾ ਹੋਇਆ ਤੇ ਕਾਂ ਜਾਗਦਾ ਹੈ ਦਿਨ ਰਾਤ। ਕਊਆ ਬਿਰਤੀ ਜਾਗ ਰਹੀ ਹੈ। ਸਵੇਰੇ ਉੱਠਦਿਆਂ ਸਾਰ ਜਿਉਂ ਬੰਦਾ ਬੋਲਣ ਲੱਗਦਾ, ਰਾਤ ਡਿੱਗ ਪੈਂਦਾ ਹੈ, ਬਸ ਥੱਕ ਕੇ ਤਾਂ ਬੋਲਣਾ ਬੰਦ ਕਰਦਾ ਹੈ, ਬਿਨਾਂ ਲੋੜ ਤੋਂ ਬੋਲੀ ਜਾਂਦਾ ਹੈ। ਤੇ ਫਿਰ ਸੰਸਾਰ ਵਿੱਚ, ਬਾਜ਼ਾਰ ਵਿੱਚ ਕੋਈ ਬੋਲੇ ਤੇ ਵੱਖਰੀ ਗੱਲ ਹੈ। ਤੁਸੀਂ ਵੇਖੋਗੇ ਧਾਰਮਿਕ ਸਮਾਗਮ ਹੁੰਦੇ ਨੇ, ਜਿੰਨਾ ਰੌਲਾ, ਮੈਂ ਸਾਰਿਆਂ ਨੂੰ ਨਾ ਕਹਾਂ ਇਹ ਬੇਅਦਬੀ ਹੋਵੇਗੀ, ਜਿੰਨੀ ਆਵਾਜ਼ ਉੱਥੋਂ ਆਉਂਦੀ ਹੈ ਸਾਰੇ ਲੋਕ ਉੱਥੇ ਬੋਲ ਰਹੇ ਨੇ। ਤੇ ਉਹ ਕਿਹੜੀ ਬਿਰਤੀ ਹੈ? ਆ ਤੇ ਗਏ ਚੰਗੇ ਥਾਂ ਤੇ, ਸ਼ੁਭ ਅਸਥਾਨ ਸੀ, ਪਰ ਬਿਰਤੀ ਤਾਂ ਕੌਵੇ ਵਾਲੀ ਵੀ ਲੋੜ ਨਹੀਂ ਤੇ ਫਿਰ ਵੀ ਬੋਲਣਾ, ਜ਼ਰੂਰਤ ਲਈ ਬੋਲਣਾ ਗਲਤ ਨਹੀਂ, ਖਿਆਲ ਰੱਖਣਾ। ਜਿਹੜੀ ਚੀਜ਼ ਦੀ ਲੋੜ ਹੈ ਉਹਦੇ ਵਾਸਤੇ ਬੰਦਾ ਬੋਲੇ ਤੇ ਉਹਦਾ ਬੋਲਣਾ ਤੇ ਸੇਵਾ ਵਿੱਚ ਆ ਜਾਂਦਾ ਹੈ। ਪਰ ਇਹਨਾਂ ਬੋਲਣਾ, ਦਿਨ ਰਾਤ ਬੋਲੀ ਜਾਣਾ ਤੇ ਕੋਲ ਵਾਲਿਆਂ ਨੂੰ ਵੀ ਕੁਝ ਕਰਨ ਨਾ ਦੇਣਾ, ਇਹ ਹੰਸ ਵਾਲੀ ਬਿਰਤੀ ਨਹੀਂ, ਕਹਿੰਦੇ ਕੌਵੇ ਵਾਲੀ ਬਿਰਤੀ ਹੈ। ਤਾਂ ਸਤਿਗੁਰੂ ਨੇ ਕਿਹਾ ਤੇਰਾ ਕੌਆ ਤੇ ਜਾਗਦਾ ਅੰਦਰੋਂ, ਕਾਂ ਦੀ ਬਿਰਤੀ ਤੇ ਜਾਗਦੀ ਹੈ, ਤੇ ਕੌਆ ਬਿਰਤੀ ਹੈ ਸਿਰਫ, ਸਰੀਰ ਦੀ ਮੈਂ ਗੱਲ ਨਹੀਂ ਕਰ ਰਿਹਾ। ਉਹ ਕਹਿੰਦੇ ਕੌਵੇ ਦੇ ਅੰਦਰ ਫੁੱਲਾਂ ਨੂੰ ਸੁੰਘਣ ਵਾਲੀ ਕੋਈ ਯੰਤਰ ਨਹੀਂ, ਵੀ ਫਲਾਣੇ ਥਾਂ ਤੇ ਗੁਲਾਬ ਖਿੜਿਆ ਮੈਂ ਉੱਥੇ ਜਾਵਾਂ, ਫਲਾਣੇ ਥਾਂ ਤੇ ਸੁਗੰਧੀ ਆ ਰਹੀ ਮੈਂ ਉੱਥੇ ਬੈਠਾਂ। ਉਹਨੂੰ ਪਤਾ ਹੀ ਨਹੀਂ ਲੱਗਦਾ, ਸੁਗੰਧੀ ਦੀ ਖਿੱਚ ਨਹੀਂ ਪੈਂਦੀ, ਉਹਦੇ ਅੰਦਰ ਯੰਤਰ ਹੀ ਨਹੀਂ ਹੈ ਸੁਗੰਧੀ ਵਾਲਾ। ਉਹਦੇ ਦਿਮਾਗ ਦੇ ਵਿੱਚ ਰੱਬ ਨੇ ਦੁਰਗੰਧੀ ਵਾਲਾ ਯੰਤਰ ਲਾਇਆ, ਵੀ ਜਿੱਥੇ ਦੁਰਗੰਧ ਹੈ ਉੱਥੇ ਜਾਏਗਾ, ਜਿੱਥੇ ਗੰਦਗੀ ਹੈ ਉੱਥੇ ਬੈਠੇਗਾ, ਜਿੱਥੇ ਕਿਤੇ ਹੱਡੀਆਂ ਖਿਲ ਰਹੀਆਂ ਨੇ, ਜਿੱਥੇ ਕਿਤੇ ਕਰੰਗ ਪਿਆ ਉੱਥੇ ਜਾਏਗਾ। ਤੇ ਜਿੰਨਾ ਚਿਰ ਸਾਡੇ ਜੀਵਨ ਦੇ ਅੰਦਰ ਕੌਆ ਬਿਰਤੀ ਜਾਗਦੀ ਏ, ਉਹਨਾਂ ਚਿਰ ਜਿੱਥੇ ਨਿੰਦਿਆ ਹੁੰਦੀ ਹੈ, ਜਿੱਥੇ ਊਲ ਜਲੂਲ ਗੱਲਾਂ ਚੱਲ ਰਹੀਆਂ ਨੇ, ਬੰਦਾ ਸਾਰਾ ਇਲਾਕਾ ਫਿਰ ਕੇ ਲੱਭ ਕੇ ਉੱਥੇ ਜਾਏਗਾ। ਪੁੱਛੀਏ ਕੀ ਲੱਭਦਾ ਫਿਰਨਾ ਹੈ? ਇਹ ਕਾਂ ਜਿਹੜਾ ਹੱਡੋ ਰੋੜਾ ਲੱਭਦਾ ਫਿਰਦਾ ਹੈ, ਖੋਜ ਕਰ ਰਿਹਾ ਕਿੱਥੋਂ ਮਿਲੇ ਖੁਰਾਕ। ਨਿੰਦਿਆ ਕਿਸੇ ਦੀ, ਉਸਤਤ ਆਪਣੀ, ਵਾਦ ਵਿਵਾਦ, ਝਗੜਾ ਝਗੜਾਲੂ, ਇਹ ਸਾਰਾ ਕੁਝ ਕਿਹੜੀ ਬਿਰਤੀ ਹੈ?
ਇਹ ਬਿਰਤੀ ਸਾਡੇ ਅੰਦਰ ਕੌਵੇ ਦੀ ਹੈ, ਸਰੀਰ ਬੰਦੇ ਦਾ ਹੈ। ਸੁਖਮਣੀ ਸਾਹਿਬ ਤੁਸੀਂ ਹੁਣੇ ਸੁਣਿਆ, ਬੀਬੀਆਂ ਨੇ ਪੜ੍ਹਿਆ, ਉਹਦੇ ਵਿੱਚ ਇੱਕ ਤੁਕ ਆਈ ਹੈ, ਤੇ ਲੰਘਦਿਆਂ ਲੰਘਦਿਆਂ ਚਲੋ ਆਪ ਭਾਵੇਂ ਨਾਮ ਹੀ ਪੜ੍ਹੀਏ, ਤੇ ਜਦੋਂ ਬਾਣੀ ਚੱਲਦੀ ਹੋਵੇ, ਕਈ ਤੁਕਾਂ ਸਾਧ ਸੰਗਤ ਐਸੀਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਸ਼ਬਦ ਐਸੇ ਨੇ, ਬੰਦੇ ਨੂੰ ਉਹਨੂੰ ਕੰਬਣੀ ਆ ਜਾਂਦੀ ਸੁਣ ਕੇ, ਬਈ ਆਪਾਂ ਕਿੱਥੇ ਜਿਉਂ ਰਹੇ ਹਾਂ। ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਰਤੂਤ ਪਸ਼ੂ ਕੀ ਮਾਨਸ ਜਾਤ। ਕਰਤੂਤ ਜਿਹੜੀ ਅੰਦਰਲੀ ਬਿਰਤੀ ਹੈ ਉਹ ਪਸ਼ੂਆਂ ਵਾਲੀ ਹੈ, ਸਰੀਰ ਬੰਦੇ ਦਾ ਹੈ, ਤੇ ਅੰਦਰਲੀ ਬਿਰਤੀ ਨੂੰ ਫਿਰ ਬੰਦਾ ਬਾਹਰ ਪ੍ਰਗਟ ਵੀ ਨਹੀਂ ਹੋਣ ਦਿੰਦਾ। ਸਾਰੇ ਕੁਝ ਦੇ ਉੱਤੇ ਪੋਚਾ ਮਾਰ ਕੇ ਐਨ ਸੋਹਣਾ ਵਧੀਆ ਬਣਾ ਕੇ ਰੱਖਦਾ ਹੈ, ਕੱਪੜੇ ਰੱਖੇ ਹੋਏ ਨੇ, ਲੇਬਲ ਲੱਗਾ ਹੋਇਆ ਹੈ। ਗੁਰੂ ਅਰਜਨ ਦੇਵ ਜੀ ਨੇ ਅੱਗੇ ਕਿਹਾ, ਕਹਿੰਦੇ ਕਰਤੂਤ ਚੰਗੀ ਨਹੀਂ, ਪਰ ਕਰਤੂਤ ਨੂੰ ਢੱਕਣ ਦੀ ਜਾਚ ਸਿੱਖ ਲਈਏ ਦੁਨੀਆ ਵਿੱਚ। ਅੱਗੇ ਬਚਨ ਕੀਤਾ, ਕਹਿੰਦੇ ਲੋਕ ਵਿਚਾਰਾ ਕਰੈ ਦਿਨ ਰਾਤ, ਉਹਨੂੰ ਢੱਕਣਾ ਜਾਣਦਾ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ। ਜਦੋਂ ਇਹ ਸ਼ਬਦ ਕਿਤੇ ਕੰਨਾਂ ਵਿੱਚ ਪੈਣ ਤੇ ਅੰਦਰਲਾ ਹੋਵੇ ਕਿਤੇ ਸੁਣਨ ਲਈ ਤਿਆਰ, ਇਹ ਨਾ ਹੋਵੇ ਵੀ ਕਈ ਵਾਰੀ ਸੁਣਿਆ ਹੀ ਹੈ, ਉਹੀ ਸੁਖਮਣੀ ਸਾਹਿਬ ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਖਸਮ ਕੀ ਨਦਰ ਦਿਲੇ ਪਸੰਦੇ, ਜਿਨੀ ਕਰ ਏਕ ਧਿਆਇਆ। 30 ਕਰ ਰੱਖੇ 5 ਕਰ ਸਾਥੀ, 9 ਸ਼ੈਤਾਨ ਮਤ ਕੱਟ ਜਾਈ, ਨਾਨਕ ਆਖੈ ਰਾਹ ਪੈ ਚੱਲਣਾ, ਮਾਲ ਧਨ ਕਿਤ ਕੋ ਸੰਜੈ। ਜੇ ਤੇ ਇਹ ਸਾਰੇ ਧਰਮਾਂ ਦਾ ਗਿਆਨ ਹੋ ਜਾਏ, ਹਵਾ ਵਰਗਾ ਚੱਲਦਾ ਚੱਲੀ ਜਾਏ, ਸਾਨੂੰ ਕੀ, ਫਿਰ ਤੇ ਕੁਝ ਨਹੀਂ ਕਹਿੰਦਾ। ਤੇ ਜੇ ਗੁਰੂ ਕੇ ਸਵਾਰਿਓ ਕਿਸੇ ਬੰਦੇ ਦੇ ਅੰਦਰ ਜਾਏ ਖਲੋ, ਕਿੰਨਾ ਕਿੰਨਾ ਚਿਰ ਬੰਦੇ ਦਾ ਭੈ ਨਹੀਂ ਖਤਮ ਹੁੰਦਾ, ਵੀ ਬਣੇਗਾ ਕੀ। ਗੁਰੂ ਨੇ ਜੋ ਕੁਝ ਕਿਹਾ ਉਹ ਤੇ ਭੈ ਭੀਤ ਕਰ ਦੇਣ ਵਾਲਾ ਸੀ। ਜਿਨ੍ਹਾਂ ਨੇ ਸੁਣਿਆ, ਕਬੀਰ ਸਾਹਿਬ ਨੇ ਸੁਣ ਲਿਆ ਧਿਆਨ ਨਾਲ, ਤੇ ਕਿੰਨੇ ਦਿਨ ਰੱਜ ਕੇ ਰੋਟੀ ਨਹੀਂ ਖਾਧੀ। ਜਦੋਂ ਪਤਾ ਲੱਗਾ ਕਬੀਰ ਇਹ ਤਨ ਜਾਏਗਾ, ਸਕੋ ਤਾਂ ਲਿਹੋ ਬਹੋੜ, ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋੜ। ਸੁਣ ਲਿਆ ਚੰਗੀ ਤਰ੍ਹਾਂ, ਸੁਣ ਲਿਆ ਕਿਸੇ ਨੇ। ਕਬੀਰ ਸਾਹਿਬ ਨੂੰ ਕਿਸੇ ਕਿਹਾ, ਉਦਾਸ ਬੜੇ ਲੱਗਦੇ ਹੋ ਅੱਜ, ਕੀ ਗੱਲ ਪਰੇਸ਼ਾਨੀ ਕਾਹਦੀ ਹੋ ਗਈ? ਗਾਹਕ ਨਹੀਂ ਆਇਆ, ਖੱਡੀ ਨਹੀਂ ਚੱਲੀ, ਕੱਪੜਾ ਨਹੀਂ ਵਿਕਿਆ? ਕਹਿੰਦੇ ਨਹੀਂ, ਇਹ ਜਲ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਕਹਿੰਦੇ ਮੈਂ ਸ਼ਮਸ਼ਾਨ ਘਾਟ ਕੋਲੋਂ ਲੰਘਿਆ, 3-4 ਸਰੀਰ ਮੈਂ ਸੰਸਕਾਰ ਹੁੰਦੇ ਵੇਖੇ ਨੇ, ਅੱਜ ਡਰ ਲੱਗਦਾ ਹੈ ਵੀ ਕਬੀਰ ਪਰੋਸੀ ਕੇ ਜੋ ਹੁਆ ਸੋ ਆਪਣੇ ਵੀ ਜਾਣ। ਔਰ ਮੈਂ ਬੇਨਤੀ ਕਰਾਂ, ਜਿੰਨਾ ਚਿਰ ਬੰਦਾ ਮੌਤ ਵਿੱਚੋਂ ਨਹੀਂ ਲੰਘਦਾ, ਧਰਮ ਦੀ ਸਮਝ ਨਹੀਂ ਆ ਸਕਦੀ, ਸਭ ਫਜ਼ੂਲ ਹੈ। ਜਿੰਨਾ ਚਿਰ ਮੌਤ ਦੇ ਨੇੜੇ, ਇੱਕੋ ਇੱਕ ਦਵਾਈ ਹੈ ਜ਼ਿੰਦਗੀ ਦੀ, ਹੋਰ ਕੋਈ ਨਹੀਂ। ਜਿੰਨੀ ਮੌਤ ਦੀ ਯਾਦ ਡੂੰਘੀ ਹੋਵੇਗੀ, ਹੰਕਾਰ ਓਨਾ ਹੀ ਟੁੱਟੇਗਾ, ਓਨਾ ਹੀ ਬੰਦਾ ਰੱਬ ਦੇ ਨੇੜੇ ਜਾਏਗਾ। ਇਸ ਲਈ ਕਿਸੇ ਨੇ ਇਹ ਨਿਸ਼ਕਰਸ਼ ਕੱਢਿਆ, ਇੱਕ ਨਤੀਜਾ ਕੱਢਿਆ, ਭਾਵੇਂ ਇਹ ਗੱਲ ਜਚੇਗੀ ਨਾ, ਥੋੜ੍ਹੀ ਜਿਹੀ ਸਮਾਜ ਤੋਂ ਪਾਸੇ ਦੀ ਗੱਲ ਲੱਗੇਗੀ, ਹੈ ਸੱਚਾਈ। ਉਹ ਕਹਿੰਦਾ ਕੋਈ ਬੰਦਾ 100 ਵਾਰੀ ਜਾਏ ਆਪਣੇ ਧਾਰਮਿਕ ਥਾਂ ਤੇ, 100 ਵਾਰੀ, ਇੱਕ ਵਾਰੀ ਕਿਸੇ ਅਰਥੀ ਨਾਲ ਚਲਾ ਜਾਏ ਸ਼ਮਸ਼ਾਨ ਘਾਟ, ਦੋਵਾਂ ਦਾ ਪੁੰਨ ਬਰਾਬਰ ਹੈ। ਗੱਲ ਸਮਝ ਵਿੱਚ ਨਹੀਂ ਆਉਂਦੀ ਸੰਸਾਰੀ ਮਨ ਦੇ, ਦੋਵਾਂ ਦਾ ਪੁੰਨ ਬਰਾਬਰ ਹੈ। ਪੁੱਛਿਆ ਕਿਉਂ, ਇਹ ਕੀ ਗੱਲ? ਉਹ ਕਹਿੰਦੇ 100 ਵਾਰੀ ਕੋਈ ਧਾਰਮਿਕ ਥਾਂ ਤੇ ਜਾਏ ਤੇ ਇੰਨਾ ਗਿਆਨ ਉਹਨੂੰ 100 ਵਾਰ ਵਿੱਚ ਮਿਲਦਾ ਜਿੰਨਾ ਇੱਕ ਅਰਥੀ ਨਾਲ ਜਾਇਆ ਮਿਲਦਾ। ਬੰਦਾ ਜਾਗਿਆ ਹੋਵੇ ਤਾਂ ਹੈ, ਨਹੀਂ ਤੇ ਇਹ ਵੀ ਗੱਲ ਬੰਦੇ ਨੇ ਪਾਸੇ ਕਰ ਦਿੱਤੀ। ਇੱਕ ਪਾਸੇ ਉਧਰ ਲਾਂਬੂ ਲਾਇਆ ਜਾਂਦਾ ਤੇ ਪਿੱਛੇ ਵੋਟਾਂ ਵਾਲੇ ਸੱਜਣ ਇੱਕ ਦੂਜੇ ਦੀਆਂ
ਵੋਟਾਂ ਇਕੱਠੀਆਂ ਕਰਦੇ ਹੁੰਦੇ ਨੇ, ਉਹ ਉੱਥੇ ਵੀ ਨਹੀਂ ਮੁੜਦੇ। ਗੱਲ ਬੰਦੇ ਦੇ ਆਪਣੇ ਤੇ ਖੜੀ ਹੈ। ਇੱਕ ਪਾਸੇ ਸੰਸਕਾਰ ਹੋ ਰਿਹਾ, ਇੱਕ ਪਾਸੇ ਪਿੱਛੇ ਗੱਲਾਂ ਹਾਸੇ ਬਖੇੜੇ ਹੋ ਰਹੇ। ਤਾਂ ਜਿਹਨੇ ਮੌਤ ਨੂੰ ਜਿੰਨਾ ਗਹਿਰਾ ਵੇਖਿਆ, ਖਿਆਲ ਰੱਖਣਾ, ਜਿੰਨੀ ਨੇੜਿਓਂ ਹੋ ਕੇ ਤੱਕ ਲਿਆ, ਡਰਨਾ ਨਾ ਇਹਦੇ ਤੋਂ। ਗੱਲ ਥੋੜ੍ਹੀ ਜਿਹੀ ਇਸ ਤਰ੍ਹਾਂ ਦੀ ਚੱਲ ਪਈ। ਇਹਦੇ ਵਿੱਚੋਂ ਜਿਹੜਾ ਲੰਘਣਾ ਪੈਣਾ ਜ਼ਰੂਰ, ਜਿਹੜਾ ਪਹਿਲਾਂ ਲੰਘ ਗਿਆ ਉਹ ਜਿਉਂਦਾ ਲੰਘ ਜਾਏਗਾ, ਨਹੀਂ ਤੇ ਫਿਰ ਉਹਨਾਂ ਤੇ ਲੰਘਾਉਣੇ ਹੀ ਲੰਘਾਉਣੇ ਪਰਤ ਕੇ। ਬੜਾ ਔਖਾ ਲੱਗਦਾ। ਮੌਤ ਦੀ ਕਥਾ ਵੀ ਬੜੀ ਗਲਤ ਲੱਗਦੀ। 12 ਮਾਹ ਵਿੱਚੋਂ ਭਾਦੋਂ ਦਾ ਮਹੀਨਾ ਬੜਾ ਸਾਨੂੰ ਦਿੱਕਤ ਦਿੰਦਾ ਹੈ। ਉਹਦੇ ਵਿੱਚ ਸਾਰੀ ਮੌਤ ਦੀ ਕਥਾ ਹੈ। ਕਬੀਰ ਸਾਹਿਬ ਨੇ ਕਿਹਾ, ਮੈਨੂੰ ਹੋਰ ਕੋਈ ਉਦਾਸੀ ਨਹੀਂ, ਮੈਨੂੰ ਉਦਾਸੀ ਹੋ ਗਈ, ਮੈਂ ਅੱਜ ਧਿਆਨ ਨਾਲ ਸਭ ਕੁਝ ਵੇਖ ਲਿਆ। ਕਹਿੰਦੇ ਦੁਨੀਆ ਤੇ ਬੇਧਿਆਨ ਹੀ ਵਹਿੰਦੀ। ਵੇਦ ਚੱਲਦੇ ਨੇ, ਕਿਤਾਬਾਂ ਚੱਲਦੀਆਂ ਨੇ, ਗ੍ਰੰਥ ਪੜ੍ਹੇ ਜਾਂਦੇ ਨੇ, ਕੀਰਤਨ ਹੁੰਦੇ ਨੇ, ਕਥਾਵਾਂ ਹੁੰਦੀਆਂ ਨੇ, ਗਿਆਨ ਵੰਡੇ ਜਾਂਦੇ ਨੇ, ਲੰਗਰ ਚੱਲਦੇ ਨੇ, ਭੰਡਾਰੇ ਹੁੰਦੇ ਨੇ, ਯਾਤਰਾਵਾਂ, ਹੱਜ, ਤੀਰਥਾਂ ਦੇ ਇਸ਼ਨਾਨ, ਬੜਾ ਕੁਝ ਚੱਲਦਾ। ਕਹਿੰਦੇ ਕਰਦੇ ਸਾਰੇ ਨੇ ਪਰ ਧਿਆਨ ਨਾਲ ਨਹੀਂ ਕਰਦੇ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਕੋਈ ਨਹੀਂ ਤਬਦੀਲ ਕਰਦੀਆਂ। ਮੈਂ ਤੇ ਕਹਿੰਦੇ ਇੱਕੋ ਚੀਜ਼ ਅੱਜ ਧਿਆਨ ਨਾਲ ਵੇਖੀਏ ਤੇ ਪਰਤ ਕੇ ਉਦਾਸ ਹੋ ਗਿਆ। ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਫਿਰ ਇੱਕ ਹੋਰ ਸ਼ਲੋਕ ਕਿਹਾ, ਕਹਿਣ ਲੱਗੇ, ਜਿਹਨੂੰ ਕਿਛ ਜਾਣਿਆ ਨਹੀਂ ਤਿਨ ਸੁਖ ਨੀਂਦ ਬਿਹਾਏ। ਜਿਨ੍ਹਾਂ ਨੇ ਨਹੀਂ ਜਾਣਿਆ, ਚੰਗੀ ਤਰ੍ਹਾਂ ਸੁਣਿਆ ਹੀ ਨਹੀਂ, ਅੰਦਰ ਨਹੀਂ ਲੈ ਕੇ ਗਏ, ਉਹ ਤੇ ਮੌਜਾਂ ਲੁੱਟ ਰਹੇ ਨੇ, ਰੱਜ ਕੇ ਛਕ ਰਹੇ ਨੇ, ਰੱਜ ਕੇ ਸੌਂਦੇ ਨੇ, ਰੱਜ ਕੇ ਨਿੰਦਿਆ ਕਰਦੇ ਨੇ। ਕਹਿੰਦੇ ਹਮੂ ਜੋ ਬੁੱਝਣਾ, ਮੈਂ ਇੱਕ ਗਿਆਨ ਜਾਣਿਆ। ਮੈਂ ਗਿਆਨ ਦੀ ਗੱਲ ਕਰ ਰਿਹਾ ਸੀ। ਇਹ ਗਿਆਨ ਜਿਹੜਾ ਸਾਨੂੰ ਸੰਸਾਰ ਵਿੱਚੋਂ ਮਿਲਿਆ ਸੁਭਾਵਿਕ ਗਿਆਨ ਹੈ। ਜਿਹੜੀ ਚੀਜ਼ ਨਾਲ ਸੰਸਾਰ ਨੂੰ ਜਾਣੀਦਾ, ਉਸ ਚੀਜ਼ ਨਾਲ ਧਰਮ ਨੂੰ ਨਹੀਂ ਜਾਣਿਆ ਜਾ ਸਕਦਾ। ਸਮਾਂ ਖਰਾਬ ਨਹੀਂ ਕਰਨਾ ਚਾਹੀਦਾ। ਜਿਹੜੇ ਮਨ ਨਾਲ ਸੰਸਾਰ ਨੂੰ ਜਾਣ ਲਿਆ, ਜਿਹੜੇ ਧਿਆਨ ਨਾਲ ਸੰਸਾਰ ਨੂੰ ਵੇਖ ਲਿਆ, ਜੇ ਆਖੀਏ ਵੀ ਉਹ ਹੀ ਧਿਆਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਵਾਸਤੇ ਕੰਮ ਦੇ ਜਾਏਗਾ, ਐਵੇਂ ਸਾਲ ਨਹੀਂ ਖਰਾਬ ਕਰਨੇ ਚਾਹੀਦੇ। ਉਹ ਹੋਰ ਦੁਨੀਆ ਹੈ, ਹੋਰ ਮਨ ਹੈ, ਉਹ ਹੋਰ ਮਤ ਹੈ, ਉਹ ਹੋਰ ਅੰਦਰਲਾ ਹਿੱਸਾ, ਉਹ ਹੰਸ ਹੈ। ਕਾਂ ਕਦੀ ਨਹੀਂ ਜਾਣ ਸਕਦਾ ਸੁਗੰਧੀ ਨੂੰ। ਮੈਂ ਕੌਵੇ ਤੇ ਹੰਸ ਦੀ ਗੱਲ ਕਰ ਰਿਹਾ ਸੀ। ਅਸੀਂ ਇਹ ਗਲਤੀ ਕਰ ਲਈ, ਤਾਂ ਹੀ ਤੇ ਸਾਰੇ ਕਹਿੰਦੇ ਵੀ 20 ਸਾਲਾਂ ਤੋਂ ਕਰ ਰਹੇ ਹਾਂ, ਹੋਇਆ ਕੁਝ ਵੀ ਨਹੀਂ। ਤੇ ਕਾਂ ਨੇ ਥੋੜ੍ਹੀ ਗੁਲਾਬ ਦੇ ਫੁੱਲ ਨੂੰ ਪਹਿਚਾਨਣਾ ਹੈ। ਅਸੀਂ ਕਾਂ ਨਾਲ ਗੁਲਾਬ ਦਾ ਫੁੱਲ ਸੁੰਘਣ ਦੀ ਕੋਸ਼ਿਸ਼ ਕਰ ਰਹੇ ਹਾਂ। ਯਾਨੀ ਕਿ ਉਸ ਨਿਕੰਮੇ ਮਨ ਦੇ ਨਾਲ ਅਸੀਂ ਗੁਰੂ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ, ਜਿਹਦੇ ਨਾਲ ਸਿਰਫ ਸੰਸਾਰ ਨੂੰ ਸਮਝਣਾ ਸੀ। ਨਿਕੰਮਾ ਮਨ ਸੰਸਾਰੀ ਜਿਹੜਾ ਹੈ, ਉਹਦੇ ਨਾਲ ਅਸੀਂ ਸੋਚ ਰਹੇ ਹਾਂ ਵੀ ਸੰਸਾਰ ਦੇ ਨਾਲ ਸਮਝਿਆ ਜਾਏ। ਬੇਨਤੀ ਕਰਾਂ ਜਿਨ੍ਹਾਂ ਕੋਲ ਫੋਨ ਨੇ ਉਹ ਬੰਦ ਕਰ ਦਿਓ, ਕਿਉਂਕਿ ਇੱਥੇ ਥੋੜ੍ਹੀ ਜਿਹੀ ਵੀ ਹਲਚਲ ਜਿਹੜੀ ਹੈ ਪਹਿਲਾਂ ਹੀ ਕਿਹਾ ਗਿਆ, ਕਈ ਦਿਨਾਂ ਤੋਂ ਕਿਹਾ ਜਾਂਦਾ ਹੈ। ਜਦੋਂ ਕੋਈ ਨਵਾਂ ਹੁੰਦਾ ਸ਼ਾਇਦ ਉਹਨੂੰ ਪਤਾ ਨਾ ਹੋਵੇ ਵੀ ਇਹ ਬਾਜ਼ਾਰ ਨਹੀਂ, ਦੁਕਾਨ ਨਹੀਂ ਹੈ, ਇਹ ਗੁਰਦੁਆਰਾ ਹੈ। ਇੱਥੇ ਜਿਹੜਾ ਵੀ ਸੱਜਣ ਆਏ ਆਪਣੇ ਸੈੱਲ ਫੋਨ ਬੰਦ ਰੱਖਿਆ ਕਰੋ। ਮੈਂ ਫਿਰ ਇੱਕ ਵਾਰੀ ਧਿਆਨ ਇਕਾਗਰ ਕਰੋ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਹੈ, ਗੁਰੂ ਅਰਜਨ ਦੇਵ ਜੀ ਦੀ ਬਾਣੀ ਦੀ ਗੱਲ ਕਰ ਰਿਹਾ ਸਾਂ ਕਿ ਕੌਵਾ ਤੇ ਹੰਸ ਦੋ ਨੇ। ਜਿਸ ਕੌਵੇ ਬਿਰਤੀ ਦੇ ਨਾਲ ਸੰਸਾਰ ਨੂੰ ਵੇਖੀਦਾ, ਸਿਰਫ ਉਹ ਵੀ ਚੰਗੀ ਮਾੜੀ ਨਹੀਂ, ਉਹ ਸੰਸਾਰ ਵਾਸਤੇ ਹੈ। ਉਹਦੇ ਨਾਲ ਦੁਨੀਆ ਨੂੰ ਜਾਣੀਦਾ ਹੈ, ਉਹਦੇ ਨਾਲ ਬਾਜ਼ਾਰ ਵਿੱਚ ਕੰਮ ਕਰੀਦਾ ਹੈ, ਉਹਦੇ ਨਾਲ ਗੁਰੂ ਕੇ ਸਵਾਰਿਓ ਰੋਜ਼ੀ ਰੋਟੀ ਕਮਾਈ ਦੀ ਹੈ, ਕੱਪੜੇ ਖਰੀਦੀ ਦੇ ਨੇ, ਸਕੂਲ ਯੂਨੀਵਰਸਿਟੀ ਵਿੱਚ ਗਿਆਨ ਲਿਆ ਜਾਂਦਾ ਹੈ। ਪਰ ਇਸ ਬੰਦੇ ਨੇ ਗਲਤੀ ਕਿਹੜੀ ਕਰ ਲਈ? ਉਸ ਕੌਵਾ ਬਿਰਤੀ ਦੇ ਨਾਲ ਲਿਆ ਕੇ ਆਪਣੇ ਗੁਰੂ ਨੂੰ ਸਮਝਣ ਦਾ ਯਤਨ ਕੀਤਾ। ਫਜ਼ੂਲ ਹੈ ਜੀਵਨ। ਕਾਂ ਨੇ ਕਦੇ ਨਹੀਂ ਗੁਲਾਬ ਫੁੱਲ ਦੀ ਕੀਮਤ ਪਾਉਣੀ। ਕਾਂ ਨੂੰ ਹਟਾ ਦਿਓ ਵਿੱਚੋਂ, ਆਪਣੇ ਹੰਸ ਨੂੰ ਜਗਾਓ। ਹੰਸ ਨੇ ਵੇਖਣਾ ਮੋਤੀ ਕਿੱਥੇ, ਉਹਦੇ ਅੰਦਰ
ਤਾਂ ਉਹ ਹੰਸ ਕਿਹੜਾ ਹੈ? ਬਾਬਾ ਫਰੀਦ ਜੀ ਦੇ 2 ਸ਼ਲੋਕ ਪੜ੍ਹੋ। ਉਹ ਕਹਿੰਦੇ ਨੇ, ਹੰਸ ਉਡਰ ਕੋਧਰੈ ਪਿਆ ਲੋਕ ਵਿਡਾਰਨ ਜਾਏ। ਹੰਸ ਉੱਡਦਾ ਜਾਂਦਾ ਸੀ। ਇੱਕ ਛੋਟੀ ਜਿਹੀ ਮੈਂ ਸਾਖੀ ਵੀ ਪੜ੍ਹੀ ਹੈ ਵੀ ਗੁਰੂ ਨਾਨਕ ਦੇਵ ਜੀ ਇੱਕ ਵਾਰੀ ਜਾ ਰਹੇ ਸਨ ਤੇ ਭਾਈ ਮਰਦਾਨਾ ਜੀ ਨਾਲ ਉੱਤੋਂ ਕਹਿੰਦੇ ਨੇ ਕਿਤੇ ਹੰਸ ਲੰਘਿਆ, ਕਿਤੇ ਬੜਾ ਘੱਟ ਹੁੰਦਾ ਹੈ। ਹੰਸ ਲੰਘਿਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਦੀ ਭੱਜੇ ਨਹੀਂ ਸਨ, ਸਹਿਜ ਵਿੱਚ ਤੁਰਦੇ, ਪਰ ਉਹਦੇ ਪਿੱਛੇ ਭੱਜ ਪਏ। ਇੱਕ ਕਹਾਣੀ, ਇੱਕ ਸਾਖੀ ਹੈ। ਉਹਦੇ ਪਿੱਛੇ ਭੱਜੇ। ਮਰਦਾਨਾ ਹੈਰਾਨ ਹੋ ਗਏ ਬਈ ਗੁਰੂ ਨਾਨਕ ਸਾਹਿਬ ਤੇ ਭੱਜੇ ਨਹੀਂ, ਕਦੀ ਦੌੜੇ ਨਹੀਂ, ਪਰਵਾਹ ਹੀ ਨਹੀਂ। ਲੋਕ ਇਹਨਾਂ ਵੱਲ ਦੌੜਦੇ ਨੇ, ਥੋੜ੍ਹੀ ਕਿਸੇ ਵੱਲ ਦੌੜਦੇ ਨੇ। ਪਰ ਅੱਜ ਬੜੀ ਅਜੀਬ ਗੱਲ ਵਾਪਰੀ ਵੀ ਗੁਰੂ ਨਾਨਕ ਉਸ ਹੰਸ ਦੇ ਪਿੱਛੇ ਭੱਜੇ, ਦੌੜ ਪਏ। ਮਰਦਾਨੇ ਨੇ ਪੁੱਛਿਆ, ਮਹਾਰਾਜ ਇਹਨੂੰ ਕਿੱਧਰ ਜਾ ਰਹੇ ਹੋ? ਕਹਿਣ ਲੱਗੇ, ਮੈਂ ਇਹਨੂੰ ਫੜਨਾ ਚਾਹੁੰਦਾ। ਧਿਆਨ ਦਿਓ, ਮੈਂ ਇਹਨੂੰ ਫੜਨਾ ਚਾਹੁੰਦਾ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਤੁਸੀਂ ਕਿਹੜੇ ਸ਼ਿਕਾਰੀ ਹੋ? ਇਹ ਤੇ ਕੋਈ ਪੰਛੀ ਲੱਗਦਾ ਹੈ। ਸਤਿਗੁਰਾਂ ਨੇ ਕਿਹਾ, ਮਰਦਾਨਿਆ ਇਹ ਸਭ ਤੋਂ ਚੰਗੀ ਚੀਜ਼ ਹੈ ਬੰਦੇ ਦੇ ਜੀਵਨ ਦੀ। ਕੀ ਹੈ? ਕਹਿੰਦੇ ਹੰਸ। ਇੰਨੇ ਚਿਰ ਨੂੰ ਦਿਸਣਾ ਬੰਦ ਹੋ ਗਿਆ। ਜਾਂ ਕਈਆਂ ਨੇ ਇਹ ਵੀ ਕਿਹਾ ਵੀ ਉਹ ਗੁਰੂ ਸਾਹਿਬ ਦੇ ਵਿੱਚ ਹੀ ਸਮਾ ਗਿਆ। ਇੱਕ ਇਸ਼ਾਰਾ ਹੈ, ਇੱਕ ਸਾਖੀ। ਇਹਨੂੰ ਕਿਸੇ ਕਿਤਾਬ ਵਿੱਚੋਂ ਨਾ ਲੱਭਣਾ, ਕਿਉਂਕਿ ਲੱਭਣੀ ਹੈ ਹੀ ਨਹੀਂ ਕਿਤੇ। ਉਹ ਹੰਸ ਕੀ ਸੀ? ਔਰ ਇਹ ਮੈਂ ਉਹਨਾਂ ਲੋਕਾਂ ਨਾਲ ਇਹ ਗੱਲ ਸਾਂਝੀ ਨਹੀਂ ਕਰ ਰਿਹਾ ਜਿਹੜੇ ਇਤਿਹਾਸਕਾਰ ਨੇ, ਜਿਹੜੇ ਤਵਾਰੀਖ ਵਾਲੇ ਨੇ, ਜਾਂ ਜਿਹੜੇ ਬੁੱਧੀ ਨਾਲ ਧਰਮ ਨੂੰ ਸਮਝਣਾ ਚਾਹੁੰਦੇ। ਉਹ ਬਿਲਕੁਲ ਨਾ ਲੱਭਣਾ ਨਹੀਂ ਕਿਤੇੋਂ। ਇਹ ਸਿਰਫ ਉਹਨਾਂ ਦੀ ਗੱਲ ਹੈ ਜਿਹੜੇ ਲੋਕ ਹਿਰਦੇ ਦੀ ਗਹਿਰਾਈ ਵਿੱਚ ਜਿਉਂਦੇ ਨੇ। ਕਹਿੰਦੇ ਨੇ ਉਹ ਹੰਸ ਗੁਰੂ ਸਾਹਿਬ ਦੇ ਨੇੜੇ ਆ ਕੇ ਦਿਸਣਾ ਬੰਦ ਹੋ ਗਿਆ। ਮਰਦਾਨਾ ਜੀ ਨੇ ਕਿਹਾ, ਮਹਾਰਾਜ ਇਹ ਕੌਣ, ਕਿਵੇਂ ਹੋਇਆ? ਕਹਿਣ ਲੱਗੇ, ਮਰਦਾਨਿਆ ਇਹ ਹੰਸ ਨਹੀਂ ਸੀ, ਨਾ ਇਹ ਪੰਛੀ ਸੀ, ਕੁਝ ਨਹੀਂ। ਹੋਰ ਕੀ ਸੀ? ਕਹਿੰਦੇ ਬੰਦੇ ਦੀ ਇੱਕ ਬਿਰਤੀ ਹੈ ਸਰੀਰ ਧਾਰੀਆਂ ਦੀ। ਜਿੰਨੇ ਬੰਦੇ ਨੇ ਸੰਸਾਰ ਵਿੱਚ ਉਹਨਾਂ ਸਾਰਿਆਂ ਦੇ ਵਿੱਚ ਰਹਿੰਦੀ ਹੈ। ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਵਿੱਚ ਰਹਿੰਦੀ? ਕਹਿਣ ਲੱਗੇ, ਹਾਂ। ਕਹਿੰਦੇ ਪਰ ਸੁੱਤੀ ਪਈ ਹੈ ਸਾਰਿਆਂ ਵਿੱਚ। ਉਹ ਕੀ? ਕਹਿੰਦੇ ਵਿਵੇਕ ਬੁੱਧੀ। ਇਹ ਵਿਵੇਕ ਬੁੱਧੀ ਸੀ। ਇਹ ਹੰਸ ਦਾ ਅਰਥ ਹੈ ਵਿਵੇਕ ਬੁੱਧੀ। ਉਹ ਗਿਆਨ ਜਿਹੜਾ ਸਿਰਫ ਜਿਹਨੂੰ ਮਿਲਦਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਉੱਥੇ ਕੀ ਹੈ? ਤਿੱਥੈ ਨਾਦ ਵਿਨੋਦ ਕੋਡ ਆਨੰਦ। ਚਾਨਣ ਹੀ ਚਾਨਣ ਹੈ, ਉੱਥੇ ਪ੍ਰਕਾਸ਼ ਹੈ। ਇਹ ਸਿੰਬਲ ਦਿੱਤਾ ਸਿਰਫ, ਉਦਾਹਰਣ। ਪ੍ਰਕਾਸ਼ ਨਾ ਕਿਤੇ ਲੱਭਦਾ ਫਿਰਨਾ, ਕਿਉਂਕਿ ਬੜੇ ਬੜੇ ਭਟਕਾਉਣ ਵਾਲੇ ਲੋਕ ਧਰਮ ਦੀ ਦੁਨੀਆ ਵਿੱਚ ਫਿਰਦੇ ਨੇ। ਤੁਹਾਨੂੰ ਮਿਲ ਜਾਣਗੇ ਕਿਸੇ ਮੋੜ ਦੇ ਉੱਤੇ, ਕਹਿਣਗੇ ਮੋਮਬੱਤੀ ਦਾ ਧਿਆਨ ਰੱਖੋ, ਕਰੋ, ਲਾਲਟਨ ਜਗਾ ਕੇ ਉਹਦਾ ਧਿਆਨ ਕਰੋ। ਤੁਸੀਂ ਇਸ ਤਰ੍ਹਾਂ ਧਿਆਨ ਲਾਓਗੇ ਤੇ ਤੁਹਾਡੇ ਸਾਰੇ ਕਮਰੇ ਵਿੱਚ ਚਾਨਣ ਹੋ ਜਾਏਗਾ। ਤੇ ਸਿੱਖ ਨੇ ਭਟਕਣਾ ਕਿਉਂ ਹੈ? ਕਿਉਂਕਿ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਨਹੀਂ, ਸੁਣਿਆ ਨਹੀਂ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਪੂਰਾ ਭੇਟਿਓ ਵਡਭਾਗੀ ਮਨੇ ਭਇਆ ਪ੍ਰਗਾਸਾ ਅਵਰ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਹਾਰੇ ਆਗੇ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੇ। ਜਦੋਂ ਵੀ ਪ੍ਰਕਾਸ਼ ਦੀ ਗੱਲ ਚੱਲੀ, ਉਹ ਪ੍ਰਕਾਸ਼ ਬਹਿਰੂਨੀ ਨਹੀਂ, ਇਹਨਾਂ ਅੱਖਾਂ ਦਾ ਨਹੀਂ। ਉਹ ਪ੍ਰਕਾਸ਼ ਬੰਦੇ ਦੇ ਜਾਗੇ ਹੋਏ ਮਨ ਦੀ ਇੱਕ ਤਸਵੀਰ ਹੈ। ਜਦੋਂ ਮਨ ਜਾਗ ਜਾਂਦਾ, ਜਿਵੇਂ ਕਿਤੇ ਇਸ਼ਨਾਨ ਕੀਤਾ ਹੋਵੇ, ਜਿਵੇਂ ਸਰੀਰ 2-4 ਕਿਲੋ ਦਾ ਰਹਿ ਗਿਆ ਹੋਵੇ, ਇੰਨਾ ਵੱਡਾ ਭਾਰਾ। ਹੁਣ ਤੇ ਬੰਦੇ ਨੂੰ ਹੋਰ ਤੇ ਮੁਸੀਬਤਾਂ ਹੈ ਨਹੀਂ, ਇੱਕ ਮੁਸੀਬਤ ਇਹ ਬੜੀ ਹੈ ਵੀ ਸਰੀਰ ਦਾ ਵਜ਼ਨ ਬੜਾ ਲੱਗਦਾ, ਕਿਉਂਕਿ ਮਨ ਦੁਖੀ ਰਹਿੰਦਾ ਹੈ। ਜਿੰਨਾ ਮਨ ਦੁਖੀ ਰਹੇਗਾ ਉਹਨਾਂ ਸਰੀਰ ਭਾਰਾ ਲੱਗੇਗਾ, ਜਿੰਨਾ ਮਨ ਸੁਖੀ ਹੋਵੇਗਾ ਸਰੀਰ ਦਾ ਵਜ਼ਨ ਘਟ ਜਾਏਗਾ। ਉੱਥੇ ਕੰਡੇ ਤੇ ਨਹੀਂ ਘਟੇਗਾ ਕਿਤੇ ਸੋਚਣਾ, ਉੱਥੇ ਓਨਾ ਹੀ ਰਹੇਗਾ, ਪਰ ਉਹਨੂੰ ਆਪ ਨਹੀਂ ਲੱਗੇਗਾ। ਖੁਸ਼ੀ ਵਿੱਚ ਸਰੀਰ ਦਾ ਵਜ਼ਨ ਘੱਟ ਮਹਿਸੂਸ ਹੁੰਦਾ ਹੈ। ਤਾਂ ਪ੍ਰਕਾਸ਼ ਦਾ ਮਤਲਬ ਹੈ ਹੌਲਾ ਸਰੀਰ, ਹੌਲਾ ਜੀਵਨ, ਤਾਜ਼ਾ ਸਰੀਰ, ਜਿਵੇਂ ਇਸ਼ਨਾਨ ਕੀਤਾ ਹੋਵੇ। ਤਾਂ ਗੁਰੂ ਸਾਹਿਬ ਨੇ ਕਿਹਾ ਵੀ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਇੱਕ ਐਸੀ ਦਸ਼ਾ ਹੈ ਖੁਸ਼ੀ ਦੀ ਜਿੱਥੇ ਨਾਦ ਵਿਨੋਦ ਕੋਡ ਆਨੰਦ ਨੇ
ਤਾਂ ਜਿਨ੍ਹਾਂ ਦੇ ਅੰਦਰੋਂ ਇਹ ਵਿਵੇਕ ਬੁੱਧ ਜਾਗ ਪਈ, ਅੱਜ ਉਹਨਾਂ ਦੀ ਗੱਲ ਕਲਗੀਆਂ ਵਾਲੇ ਪਾਤਸ਼ਾਹ ਉਸ ਗੁਣ ਦੀ ਵਿਆਖਿਆ ਕਰ ਰਹੇ ਨੇ। ਮੈਂ ਇਸ ਅੱਖਰ ਦੇ ਆਧਾਰ 'ਤੇ ਬੋਲ ਰਿਹਾ ਸਾਂ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਕਿ ਸਰਬੰ ਕਲੀਮੈ, ਕਲੀਮੈ ਦੇ ਅਰਥ ਨੇ ਗਿਆਨ। ਤੇਰੇ ਅੰਦਰ ਸਾਰਾ ਹੀ ਗਿਆਨ ਹੈ, ਸਾਰੀ ਸਮਝ ਹੈ। ਜਦੋਂ ਕੋਈ ਉਹਦੇ ਨਾਲ ਜੁੜਦਾ ਨਾ, ਸਭ ਤੋਂ ਪਹਿਲਾਂ ਉਹਨੂੰ ਕੀ ਮਿਲਦਾ ਹੈ? ਸਭ ਤੋਂ ਪਹਿਲਾਂ ਉਹਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਵੇਖੋ, ਐਸੇ ਲੋਕ ਜਿਨ੍ਹਾਂ ਨੇ ਪਾਠਸ਼ਾਲਾ ਦਾ ਦਰਵਾਜ਼ਾ ਨਹੀਂ ਸੀ ਲੰਘਿਆ, ਯੂਨੀਵਰਸਿਟੀ ਵਿੱਚ ਨਹੀਂ ਗਏ, ਕਾਸ਼ੀ ਵਿੱਚ ਹੋਏ ਨੇ ਦੋ ਭਗਤ, ਰਵਿਦਾਸ ਜੀ ਤੇ ਭਗਤ ਕਬੀਰ ਸਾਹਿਬ। ਸਾਰੇ ਵਿਆਕਰਣ ਆਚਾਰੀਆ ਸਨ ਜਿਹੜੇ ਕਾਸ਼ੀ ਦੇ, ਉਹਨਾਂ ਨੂੰ ਚੱਕਰ ਵਿੱਚ ਪਾ ਦਿੱਤਾ। ਇਹਨਾਂ ਦੋ ਸ਼ਖਸੀਅਤਾਂ ਨੇ, ਰਵਿਦਾਸ ਜੀ ਨੇ ਤੇ ਕਬੀਰ ਸਾਹਿਬ ਨੇ, ਹਿਲਾ ਕੇ ਰੱਖ ਦਿੱਤਾ। ਸੱਚ ਹੈ, ਕਾਸ਼ੀ ਜਿਹੜੀ ਹੈ ਉਸ ਵੇਲੇ ਦੇ ਹਿੰਦੁਸਤਾਨ ਦੀ, ਉਸ ਵੇਲੇ ਦੇ ਹਿੰਦੁਸਤਾਨ ਦੀ, ਕਿਉਂਕਿ ਉਦੋਂ ਇੰਨਾ ਵੱਡਾ ਇੰਨਾ ਨਹੀਂ ਸੀ ਹਿੰਦੁਸਤਾਨ। ਜਦੋਂ ਖੈਬਰ ਦर्रे ਤੋਂ ਲੈ ਕੇ ਅਫਗਾਨਿਸਤਾਨ ਤੋਂ ਲੈ ਕੇ ਤੇ ਸ਼੍ਰੀਲੰਕਾ ਤੱਕ ਇਹ ਸਾਰਾ ਹਿੰਦੁਸਤਾਨ ਸੀ, ਤੇ ਉਸ ਸਾਰੇ ਦਾ ਵਿਦਿਆ ਦਾ ਕੇਂਦਰ ਸੀ ਕਾਸ਼ੀ। ਬਨਾਰਸ ਵੀ ਉਹਨੂੰ ਕਿਹਾ, ਵਾਰਾਣਸੀ ਵੀ ਕਹਿੰਦੇ। ਸਭ ਤੋਂ ਵੱਡੀ ਵਿਦਿਆ ਦਾ ਉਹ ਕੇਂਦਰ ਸੀ, ਤੇ ਸਿਰੇ ਦੇ ਇਸ ਸਾਰੇ ਦੇਸ਼ ਦੇ ਵਿਦਵਾਨ ਉੱਥੇ ਰਹਿੰਦੇ ਸੀ। ਦੋ ਭਗਤਾਂ ਦਾ ਜਨਮ ਉੱਥੇ ਹੋ ਗਿਆ, ਰਵਿਦਾਸ ਤੇ ਰਵਿਦਾਸ ਦੀ ਕਾਰਜਸ਼ੈਲੀ ਸੀ, ਕਿਸੇ ਦੇ ਘਰ ਮੱਝ ਮਰ ਜਾਣੀ ਤੇ ਰਵਿਦਾਸ ਦੇ ਘਰ ਜਾ ਕੇ ਸੁਨੇਹਾ ਦੇਣ ਵਾਲੇ ਨੇ ਕਹਿਣਾ ਵੀ ਰਵਿਦਾਸ ਜੀ ਸਾਡੇ ਘਰ ਮੱਝ ਮਰ ਗਈ, ਤੁਸੀਂ ਚੁੱਕ ਕੇ ਲਿਆਓ। ਕੰਮ ਇਹ ਸੀ। ਕਿਰਤ ਵੇਖੋ, ਰਵਿਦਾਸ ਢਵੰਤਾ ਢੋਰ ਨੀਤ, ਇਹ ਗੁਰਬਾਣੀ ਵਿੱਚ ਇਤਿਹਾਸ ਆਇਆ ਵੀ ਉਹਨਾਂ ਦਾ ਕੰਮ ਕੀ ਸੀ। ਇਹ ਕੰਮ ਸੀ। ਤੇ ਕਬੀਰ ਸਾਹਿਬ ਦਾ ਕੰਮ ਸੀ ਖੱਡੀ, ਉਹ ਵੀ ਮਾੜੀ ਮੋਟੀ ਸੀ ਦੁਕਾਨ, ਬੜੀ ਵੱਡੀ ਨਹੀਂ ਸੀ, ਉਹ ਵੀ ਡਿੱਗਾ ਢੱਠਾ ਜਿਹਾ ਕੰਮ ਸੀ, ਬਸ ਧਾਗੇ ਲਮਕਦੇ ਰਹਿੰਦੇ ਸਨ, ਕੰਮ ਵਿੱਚ ਹੀ ਪਿਆ ਰਹਿੰਦੇ। ਇਹ ਦੋ ਸ਼ਖਸੀਅਤਾਂ ਹੋਈਆਂ, ਇਹਨਾਂ ਨੇ ਇੱਕ ਨੂੰ ਜਪਿਆ, ਇੱਕ ਨੂੰ ਪਿਆਰ ਕੀਤਾ, ਇੱਕ ਨਾਲ ਮੋਹ ਕੀਤਾ, ਇੱਕ ਨਾਲ ਮੁਹੱਬਤ ਕੀਤੀ, ਇਸ਼ਕ ਕੀਤਾ। ਪਿਆਰ ਸਿਰੇ ਚੜ ਗਿਆ, ਬਣ ਆ ਗਈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੇਵਕ ਕੋ ਸੇਵਾ ਬਣ ਆਈ। ਸੇਵਕ ਕੋ ਸੇਵਾ, ਇੱਥੇ ਵਿਸ਼ਰਾਮ ਲਾਉਣਾ। ਜਿਸ ਸੇਵਕ ਨੇ ਰੱਬ ਦੀ ਪਿਆਰ ਨਾਲ ਸੇਵਾ ਕੀਤੀ ਹੈ, ਉਹਦੇ ਨਾਲ ਪਿਆਰ ਕੀਤਾ ਹੈ, ਉਹਨੂੰ ਕੀ ਮਿਲਿਆ ਉਹਦੇ ਵਿੱਚੋਂ? ਬਣ ਆਈ, ਉਹਦੀ ਰੱਬ ਨਾਲ ਬਣ ਆ ਗਈ ਹੈ। ਤੇ ਜਦੋਂ ਬਣ ਆਈ ਫਿਰ ਕਿਵੇਂ ਦੀ ਅਵਸਥਾ ਬਣੀ? ਹੁਕਮ ਬੂਝ ਪਰਮ ਪਦ ਪਾਈ, ਸਭ ਤੋਂ ਉੱਚਾ ਅਹੁਦਾ ਮਿਲ ਗਿਆ। ਇਹਨਾਂ ਦੀ ਬਣ ਆ ਗਈ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਵੀ ਬਾਬਾ ਪੈਂਦਾ ਸੱਚਖੰਡ ਨਵ ਨਿਧ ਨਾਮ ਗਰੀਬੀ ਪਾਈ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣ ਆਈ। ਤਪੱਸਿਆ ਕਰਨੀ ਸੌਖੀ ਹੈ, ਪਰ ਬਣ ਆ ਜਾਏ ਬੜੀ ਦੂਰ ਦੀ ਗੱਲ ਹੈ। ਇਹ ਗੱਲ ਦੂਰ ਬੜੀ। ਤਪੱਸਿਆ ਕੀਤੀ ਉਹਨਾਂ ਨੇ, ਕੋਈ ਸ਼ੱਕ ਨਹੀਂ, ਜਪਿਆ ਉਹਨਾਂ ਨੇ, ਪਰ ਬਣ ਆ ਜਾਏ ਬਖਸ਼ਿਸ਼ ਤੋਂ ਬਿਨਾਂ ਨਹੀਂ। ਤਪੱਸਿਆ ਤੇ ਇਸ ਤਰ੍ਹਾਂ ਦੀ ਏ, ਤੁਸੀਂ ਸੁਣਿਆ ਹੋਵੇਗਾ ਫਲਾਣੇ ਘਰ ਵਿੱਚ ਬੱਚੀ ਨੇ ਕਈ ਸਾਲ ਦਾਜ ਬਣਾਇਆ ਹੈ, ਕਈ ਸਾਲ ਫੁੱਲ ਬੂਟੇ ਕੱਢੇ ਨੇ, ਕਈ ਸਾਲ ਦਾਜ ਬਣਦਾ ਰਿਹਾ। ਅਮੀਰ ਘਰ ਦੀ ਬੱਚੀ ਹੈ, ਕਮਰੇ ਭਰ ਦਿੱਤੇ ਨੇ, ਉਹਦਾ ਵਿਆਹ ਹੋਣਾ, ਉਹਦੀ ਸ਼ਾਦੀ ਹੋਣੀ, ਦਾਜ ਬਣ ਗਿਆ, ਕਰੋੜਾਂ ਰੁਪਈਆਂ ਦਾ ਖਰੀਦ ਕੇ ਰੱਖ ਦਿੱਤਾ। ਮਾਂ ਬਾਪ ਅਮੀਰ ਸੀ, ਉਸ ਬੱਚੀ ਨੇ ਵੀ ਮਿਹਨਤ ਕੀਤੀ, ਵਿਆਹ ਨੇੜੇ ਆ ਗਿਆ ਤੇ ਜਿੱਥੇ ਉਹਨੇ ਜਾਣਾ ਸੀ ਉਹਨਾਂ ਨੂੰ ਕਿਹਾ ਵੀ ਅਸੀਂ ਦਾਜ ਸਾਡਾ ਬਹੁਤ ਹੈ, 4-5 ਗੱਡੀਆਂ ਤੇ ਲੈ ਕੇ ਜਾਣਾ। ਬੜੀ ਮਿਹਨਤ ਕੀਤੀ ਉਸ ਬੱਚੀ ਨੇ, ਵਿਆਹ ਵਾਸਤੇ ਦਾਜ ਤਿਆਰ ਕਰ ਲਿਆ। ਉਹ ਦਾਜ ਆ ਕੇ ਲੈ ਕੇ ਵੀ ਗਏ, ਉਹਦੇ ਸਹੁਰੇ ਘਰ ਵਿੱਚ ਦਾਜ ਰੱਖਣ ਵਾਸਤੇ ਥਾਂ ਨਹੀਂ ਸੀ, ਇੰਨਾ ਦਾਜ, ਕਮਰੇ ਭਰੇ ਗਏ।
पर थोड़े दिनों बाद की होया, खबर आई भी उस बच्ची दी उस पति नाल बन नहीं आई, उस परिवार नाल बनी नहीं। केस चल पए, मुकदमे चल पए। वो दाज कित्थे गया? थाने विच, कचहरियां विच। बड़ा सी दाज। तपस्या कीती सी सिख ने बड़ी, ਇਹਦੇ ਉੱਤੇ ਹੁਣ ਸ਼ਰਧਾ ਨਾ ਟੁੱਟੇ ਵੀ ਕਿਤੇ ਤੁਸੀਂ ਬਾਣੀ ਪੜ੍ਹਨੀ ਛੱਡ ਦਿਓ। ਪਰ ਇੱਕ ਖਿਆਲ ਜ਼ਰੂਰ ਰੱਖਣਾ, ਸਿੱਖ ਨੇ ਪਾਠ ਕੀਤੇ ਸਨ ਬੜੇ, ਚੁੱਲ੍ਹ ਦੇ ਅੰਦਰ ਲੱਕੜਾਂ ਲਾਈਆਂ ਸਨ ਬੜੀਆਂ ਸੇਵਾ ਕਰਨ ਲਈ, ਲੰਗਰ ਬੜਾ ਪਕਾਇਆ ਸੀ। ਇਹ ਕੰਮ ਸਾਰੇ ਚੰਗੇ ਨੇ, ਇਹਨਾਂ ਨੂੰ ਛੱਡਣਾ ਨਾ ਕਿਤੇ ਮੈਂ ਵਾਰ-ਵਾਰ ਕਹਾਂਗਾ। ਇਹ ਜ਼ਰੂਰੀ ਨੇ, ਸੇਵਾ ਕਰਨੀ, ਲੱਕੜਾਂ ਲਾਉਣੀਆਂ, ਤੱਪੜ ਝਾੜਨੇ, ਬਾਣੀ ਜ਼ਿਆਦਾ ਪੜ੍ਹਨੀ, ਨਾਮ ਜਪਣਾ ਜ਼ਰੂਰੀ ਨੇ। ਪਰ ਗੁਰੂ ਕੇ ਸਵਾਰਿਓ ਹੈਣ ਇਹ ਦਾਜ, ਜੇ ਗੁਰੂ ਨਾਲ ਸੁਭਾਅ ਨਾ ਮਿਲਿਆ ਦਾਜ ਨੇ ਵਿੱਚ ਹੀ ਰੁਲ ਜਾਣਾ ਹੈ। ਇਹਦੀ ਕੀਮਤ ਨਹੀਂ ਪੈਣੀ, ਫਿਰ ਕੋਈ ਤਪੱਸਿਆ ਕੰਮ ਨਹੀਂ ਦੇਗੀ, ਫਿਰ ਕਿਸੇ ਪਾਠ ਨੇ ਕੰਮ ਨਹੀਂ ਆਉਣਾ। ਜੇ ਸੁਭਾਅ ਹੀ ਨਹੀਂ ਛੱਡਿਆ ਸਿੱਖ ਨੇ, ਆਪਣਾ ਮਤ ਹੀ ਨਹੀਂ ਛੱਡੀ, ਗੁਰੂ ਦੀ ਮਤ ਲਈ ਹੀ ਕੋਈ ਨਹੀਂ, ਸੋਚ ਵਿਚਾਰ ਹੀ ਆਪਣੀ ਰਹੀ ਹੈ, ਸ਼ਰਧਾ ਹੀ ਨਹੀਂ ਜਾਗੀ, ਗੁਰੂ ਤੇ ਭਰੋਸਾ ਹੀ ਨਹੀਂ ਜਾਗਿਆ। ਗੁਰੂ ਨੂੰ ਮੱਥਾ ਵੀ ਟੇਕਦਾ, ਨਾਲੇ ਕਹਿੰਦਾ ਵੀ ਸਾਰਾ ਕੁਝ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਹੋਰ ਵੀ ਕਿਤੇ ਪੜ੍ਹਨਾ ਪੈਣਾ। ਪਿਆਰ ਨਾਲ ਪੜ੍ਹੇ ਕੋਈ ਗੱਲ ਨਹੀਂ, ਜਾਣਕਾਰੀ ਲਈ ਪੜ੍ਹੇ ਤੇ ਚੰਗੀ ਗੱਲ, ਪਰ ਹੋਵੇ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਤੇ ਉਹਦੇ ਮੂੰਹ ਇਹ ਗੱਲ ਨਿਕਲ ਜਾਏ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਫਲਾਣੀ ਚੀਜ਼ ਲਿਖਣੋਂ ਰਹਿ ਗਈ, ਉਹ ਬਾਹਰੋਂ ਪੜ੍ਹਨੀ ਪੈਣੀ। ਨਹੀਂ, ਇਹ ਕਮਜ਼ੋਰੀ ਹੈ ਉਸ ਬੰਦੇ ਦੀ, ਇਹ ਉਹਦੀ ਬਣ ਨਹੀਂ ਆਈ। ਤਾਂ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸ਼ਿਓਂ ਬਣ ਆਈ। ਬਣ ਆਉਣੀ ਬੜੀ ਔਖੀ ਹੈ, ਥੋੜਿਆਂ ਦੀ ਆਉਂਦੀ ਏ, ਦਾਜ ਬੜਿਆਂ ਨੇ ਬਣਾਇਆ ਹੈ, ਦਾਜ ਬਹੁਤਿਆਂ ਕੋਲੇ, ਜਪਿਆ ਬੜਿਆਂ ਨੇ ਹੈ, ਅੰਦਰ ਕਿਸੇ ਦੀ ਵਸਿਆ। ਇਸ ਕਰਕੇ ਇਹ ਅਰਦਾਸ ਦਾ ਵਿਸ਼ਾ ਹੈ, ਇਹ ਹਲੀਮੀ ਦਾ ਵਿਸ਼ਾ ਹੈ, ਇਹ ਆਪਣੇ ਆਪ ਨੂੰ ਛੱਡਣ ਦਾ ਇੱਕ ਇਹ ਸਿਸਟਮ ਹੈ ਸਿੱਖੀ ਜਿਹੜੀ ਹੈ। ਤਾਂ ਸਤਿਗੁਰੂ ਕਹਿ ਰਹੇ, ਮੈਂ ਗੱਲ ਕਰ ਰਿਹਾ ਸੀ ਦੋ ਭਗਤਾਂ ਦੀ, ਜਿਨ੍ਹਾਂ ਨੇ ਕਾਸ਼ੀ ਦੇ ਸਾਰੇ ਵਿਆਕਰਣ ਆਚਾਰਿਆ ਉਹਨਾਂ ਨੂੰ ਵਕਤ ਪਾ ਦਿੱਤਾ, ਹਿੱਲ ਗਏ, ਕਿਉਂਕਿ ਨਿਤ ਨਵਾਂ ਸ਼ਬਦ ਨਿਕਲਦਾ ਸੀ ਰਵਿਦਾਸ ਦੀ ਰਸਨਾ ਵਿੱਚੋਂ, ਨਿਤ ਨਵਾਂ ਗਿਆਨ ਆਉਂਦਾ ਸੀ, ਜਿਹੜੇ ਸਾਰੇ 80-80 ਸਾਲਾਂ ਦੇ ਆਚਾਰੀਆਂ ਨੂੰ ਅਚੰਭੇ ਵਿੱਚ ਪਾ ਜਾਂਦਾ ਸੀ ਵੀ ਇਹ ਲਫ਼ਜ਼ ਕਿੱਥੋਂ ਆ ਰਹੇ ਨੇ। ਤੇ ਮੈਂ ਸੁਤੁਕ ਤੇ ਗੱਲ ਕਰ ਰਿਹਾ, ਜਿਹਨੂੰ ਕਲਗੀਆਂ ਵਾਲੇ ਕਹਿੰਦੇ ਕਿ ਸਰਬੰ ਕਲੀਮੈ, ਤੇਰੇ ਕੋਲ ਬੜਾ ਗਿਆਨ ਹੈ, ਜਿਹੜੇ ਤੇਰੇ ਨਾਲ ਜੁੜੇ ਉਹਨਾਂ ਵਿੱਚ ਗਿਆਨ ਬਹੁਤ ਤੇਜ਼ ਹੋ ਜਾਂਦਾ ਹੈ, ਤਿੱਖਾ ਗਿਆਨ, ਔਰ ਇੰਨਾ ਤੇਜ਼ ਗਿਆਨ ਜਿਹੜਾ ਸਾਰੇ ਤਰਕਾਂ ਨੂੰ ਕੱਟ ਕੇ ਵੱਢ ਕੇ ਸੁੱਟ ਦੇਗਾ, ਉਹਦੇ ਅੱਗੇ ਕੁਝ ਵੀ ਖੜਾ ਨਹੀਂ ਹੋ ਸਕਦਾ। ਤਾਂ ਨਿਤ ਨਵਾਂ ਗਿਆਨ ਸੀ। ਰਵਿਦਾਸ ਜੀ ਕੋਲ ਆਏ, ਤੁਸੀਂ ਪੜ੍ਹਦੇ ਨਹੀਂ, ਅਰਥ ਸਿੱਖੋ ਵਿਆਕਰਣ ਅਨੁਸਾਰ। ਉਹਨਾਂ ਨੇ ਕਿਹਾ ਸਮਾਂ ਨਹੀਂ ਹੈ, ਲੋੜ ਨਹੀਂ। ਜਦੋਂ ਰੋਟੀ ਮਿਲ ਗਈ ਫਿਰ ਸੁੱਕੇ ਆਟੇ ਵਿੱਚ ਕੀ ਹੱਥ ਮਾਰਨਾ ਹੈ, ਐਵੇਂ ਆਪਣੇ ਕੱਪੜੇ ਬਰਬਾਦ ਕਰਨੇ, ਕੀ ਕਰਾਂਗੇ ਵਿਆਕਰਣ ਦਾ। ਪ੍ਰਸ਼ਾਦਾ ਪੱਕ ਚੁੱਕਾ ਹੈ, ਥਾਲੀ ਵਿੱਚ ਪਿਆ ਹੈ, ਹੁਣ ਸੁੱਕੇ ਆਟੇ ਵਿੱਚ ਹੱਥ ਮਾਰਨ ਦੇ ਕੀ ਅਰਥ। ਹੁਣ ਗੁਰੂ ਨਾਲ ਪਿਆਰ ਬਣ ਗਿਆ ਤੇ ਕੀ ਉੱਥੇ ਇਹ ਸ਼ਬਦ ਮੈਂ ਨਾ ਦੁਹਰਾਵਾਂ ਵੀ ਪੜ੍ਹਨ ਦੀ ਲੋੜ ਨਹੀਂ ਹੈ। ਤਾਂ ਉਹਨਾਂ ਦੀ ਰਸਨਾ ਤੋਂ ਜਦੋਂ ਕਿਹਾ ਪੜ੍ਹਦੇ ਨਹੀਂ, ਤੇ ਰਵਿਦਾਸ ਜੀ ਦੀ ਰਸਨਾ ਤੋਂ ਸ਼ਬਦ ਨਿਕਲੇ, ਕਹਿੰਦੇ ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਅਨੁਭਵ ਭਾਉ ਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨਾ ਪਰਸੈ। ਇੱਕੋ ਪੰਕਤੀ ਸੀ, ਸਾਰੀ ਗੱਲ ਨੂੰ ਕੱਟ ਦਿੱਤਾ ਉਸਨੇ। ਕਹਿੰਦੇ ਪੜ੍ਹੀਐ ਗੁਣੀਐ, ਪੜ੍ਹ ਵੀ ਲਈਏ, ਗੁਣੀਐ ਦਾ ਅਰਥ ਵੀ ਸਿੱਖ ਲਈਏ, ਨਾਮ ਸਭ ਸੁਣੀਐ, ਤੇ ਸੁਣ ਵੀ ਬੜਾ ਲਈਏ, ਸੁਣ ਕੇ ਸਿੱਖ ਲਈਏ, ਕਲਾਸ ਅਟੈਂਡ ਕਰੀਏ। ਕਹਿੰਦੇ ਜੋ ਕੁਝ ਪੜ੍ਹਿਆ ਗਿਆ, ਅਨੁਭਵ ਭਾਉ, ਇਹ ਦੋ ਚੀਜ਼ਾਂ ਨੇ। ਅਨੁਭਵ ਦਾ ਮਤਲਬ ਹੈ, ਭਾਉ ਦਾ ਮਤਲਬ ਹੈ ਭਗਤ ਵੱਲੋਂ ਕੀਤਾ ਹੋਇਆ ਪਿਆਰ, ਤੇ ਅਨੁਭਵ ਦਾ ਮਤਲਬ ਹੈ ਪਰਮਾਤਮਾ ਵੱਲੋਂ ਮਿਲੀ ਹੋਈ ਬਖਸ਼ਿਸ਼, ਗਿਆਨ, ਅਨੁਭਵ।
ਅਨੁਭਉ ਪ੍ਰਕਾਸ਼ ਜਾਪ ਸਾਹਿਬ। ਅਨੁਭਵੀ ਗਿਆਨ ਅਣੂਆਂ ਤੋਂ ਪੈਦਾ ਹੋਇਆ। ਇਹ ਅਣ ਸ਼ਬਦ ਜਿਹੜਾ ਨਾ, ਇਹ ਵਿਗਿਆਨ ਵਿੱਚੋਂ ਲਿਆ ਗੁਰੂ ਸਾਹਿਬ ਨੇ। ਅਨੁਭਉ ਅਣੂਆਂ ਦਾ ਇੱਕ ਸਮੂਹ, ਸਾਰੇ ਕਾਇਨਾਤ ਦਾ ਗਿਆਨ। ਅਨੁਭਉ ਭਾਉ ਨਾ ਦਰਸੈ, ਉਹ ਗਿਆਨ ਨਹੀਂ ਮਿਲਦਾ ਇਹ ਪੜ੍ਹਨ ਦੇ ਨਾਲ ਤੇ ਸੁਣਨ ਦੇ ਨਾਲ। ਕਿਉਂ ਨਹੀਂ ਮਿਲਦਾ? ਫਿਰ ਪੜ੍ਹਨਾ ਨਹੀਂ ਚਾਹੀਦਾ। ਤੁਸੀਂ ਵੀ ਤਾਂ ਬੋਲ ਹੀ ਰਹੇ ਹੋ ਬਾਣੀ, ਤੁਸੀਂ ਵੀ ਤਾਂ ਪੜ੍ਹਦੇ ਹੀ ਹੋ, ਤੁਸੀਂ ਵੀ ਤਾਂ ਨਾਮ ਜਪਦੇ, ਨਾਲੇ ਤੁਸੀਂ ਇਹ ਸਾਰੇ ਕੁਝ ਨੂੰ ਕਹਿੰਦੇ ਹੋ ਵੀ ਇਹਦੇ ਨਾਲ ਨਹੀਂ ਹੁੰਦਾ। ਕਹਿੰਦੇ ਹੁੰਦਾ ਹੈ, ਪਰ ਮੇਰੀ ਉਦਾਹਰਣ ਸੁਣ ਲਓ। ਕਹਿਣ ਲੱਗੇ ਲੋਹਾ ਕੰਚਨ ਹਿਰਨ ਹੋਏ ਕੈਸੇ। ਹਿਰਨ ਕਹਿੰਦੇ ਨੇ ਸੋਨੇ ਨੂੰ। ਕਹਿੰਦੇ ਲੋਹੇ ਦਾ ਢੇਰ ਇੱਕ ਪਾਸੇ ਰੱਖ ਦਿਓ ਤੇ ਪਾਰਸ ਉਹਦੇ ਕੋਲ ਰੱਖ ਦਿਓ ਥੋੜ੍ਹੀ ਜਿਹੀ ਵਿੱਥ ਤੇ। ਇੱਧਰ ਲੋਹਾ ਪਿਆ ਹੈ ਤੇ ਅੱਧੇ ਫੁੱਟ ਤੇ ਕਹਿੰਦੇ ਪਾਰਸ ਪਿਆ ਹੈ। ਕਹਿੰਦੇ ਸਾਰੀ ਉਮਰ ਦੋਵਾਂ ਨੂੰ ਰੱਖੀ ਰੱਖੋ, ਉਹ ਲੋਹਾ ਜਿਹੜਾ ਹੈ ਕਦੀ ਸੋਨਾ ਬਣ ਜਾਏਗਾ, ਕਿਉਂਕਿ ਉਹਨਾਂ ਵਿੱਚ ਫਰਕ ਹੈ। ਲੋਹਾ ਆਪਣੀ ਥਾਂ ਤੇ ਪਾਰਸ ਆਪਣੀ ਥਾਂ ਤੇ। ਜਿੰਨਾ ਚਿਰ ਉਹਨਾਂ ਦੀ ਵਿੱਥ ਨਹੀਂ ਮਿਟਦੀ, ਦੋਵੇਂ ਨਾਲ ਨਹੀਂ ਜੁੜਦੇ, ਇਕੱਠੇ ਨਹੀਂ ਹੁੰਦੇ, ਜਿੰਨਾ ਚਿਰ ਉਹ ਖਹਿੰਦੇ ਨਹੀਂ, ਉਹਨਾਂ ਚਿਰ ਕਦੀ ਲੋਹੇ ਨੇ ਸੋਨਾ ਨਹੀਂ ਬਣਨਾ। ਪੰਡਤ ਜੀ ਗਿਆਨ ਤੁਹਾਡੇ ਕੋਲ ਬੜਾ ਹੈ, ਪਰ ਉਹ ਗਿਆਨ ਤੁਹਾਡੀ ਰਸਨਾ ਤੇ ਰਹਿੰਦਾ, ਤੁਹਾਡੇ ਨਾਲ ਨਹੀਂ ਲੱਗਦਾ ਜਾ ਕੇ, ਇਸ ਲਈ ਤੁਸੀਂ ਬਦਲਦੇ ਕੋਈ ਨਹੀਂ। ਪਾਰਸ ਦਾ ਗੁਨਾਹ ਨਹੀਂ, ਗਿਆਨ ਗਲਤ ਨਹੀਂ ਕਿਸੇ ਧਾਰਮਿਕ ਗ੍ਰੰਥ ਦਾ, ਪਰ ਬੰਦਾ ਉਹਨੂੰ ਆਪਣੇ ਨਾਲ ਲੱਗਣ ਹੀ ਨਹੀਂ ਦਿੰਦਾ, ਦੂਰੋਂ ਹੀ ਪਿਛਾਂ ਭਜਾ ਦਿੰਦਾ ਹੈ, ਆਪਣੇ ਨਾਲ ਹੀ ਨਹੀਂ ਖਹਿਣ ਦਿੰਦਾ। ਜਿੰਨਾ ਚਿਰ ਲੱਗਦਾ ਨਹੀਂ ਉਹਨਾਂ ਚਿਰ। ਹੁਣ ਤੁਸੀਂ ਕਦੀ ਵੇਖਣਾ ਕਿ ਲਾਈਟ ਜਗ ਰਹੀ ਹੈ, ਇਹ ਕਾਹਦੇ ਨਾਲ ਹੈ? ਇਹ ਪਿੱਛੋਂ ਜਿਹੜੀ ਤਾਰ ਆ ਰਹੀ ਨਾ, ਜਿਹਦੇ ਵਿੱਚ ਲਾਈਟ ਹੈ, ਉਹਦਾ ਕਨੈਕਸ਼ਨ ਜੁੜਿਆ ਹੋਇਆ ਹੈ ਇਸ ਤਾਰ ਨਾਲ ਜਿਹਦੇ ਵਿੱਚ ਲਾਈਟ ਨਹੀਂ ਸੀ। ਜੇ ਦੋਵਾਂ ਦੇ ਵਿੱਚ ਇੱਕ ਵਾਲ ਜਿੰਨਾ ਵੀ ਫਰਕ ਪੈ ਗਿਆ, ਉੱਥੇ ਲਾਈਟ ਨੇ ਬੰਦ ਹੋ ਜਾਣਾ। ਥੋੜ੍ਹਾ ਜਿਹਾ ਅੰਤਰ, ਥੋੜ੍ਹਾ ਜਿਹਾ ਫਰਕ ਵੀ ਇਸ ਲਾਈਟ, ਇਸ ਚਾਨਣ ਨੂੰ ਖਤਮ ਕਰ ਸਕਦਾ ਹੈ। ਤੇ ਸਤਿਗੁਰਾਂ ਨੇ ਕਿਹਾ ਤੂੰ ਤੇ ਵਾਲ ਦੀ ਗੱਲ ਛੱਡ ਦੇ, ਅਜੇ ਤੇ ਗੱਲਾਂ ਹੀ ਬੜੀ ਦੂਰ ਨੇ, ਨੇੜਿਓਂ ਲੰਘੀ ਹੀ ਕਦੇ ਨਹੀਂ। ਗੁਰੂ ਦੇ ਕੋਲੋਂ ਸ਼ਬਦ ਦੇ ਨਾਲੋਂ ਸੁਰਤ ਲੰਘੀ ਕੋਈ ਨਹੀਂ। ਇੱਕ ਵਾਲ ਜਿੰਨਾ ਫਰਕ ਲਾਈਟ ਨਹੀਂ ਜਗਣ ਦਿੰਦਾ। ਔਰ ਫਰਕ ਦੀ ਗੱਲ ਦੂਰ ਛੱਡੋ, ਜੇ ਜੋੜ ਦੇ ਵਿੱਚ ਕਾਰਬਨ ਜੰਮ ਗਈ ਥੋੜ੍ਹੀ ਜਿਹੀ, ਤਾਂ ਵੀ ਵਿੱਚ ਸਪਾਰਕਿੰਗ ਦੇ ਨਾਲ ਲਾਈਟ ਵਿੱਚ ਬੰਦ ਹੋਣ ਲੱਗ ਪੈਂਦੀ ਹੈ। ਜਦੋਂ ਹਉਮੈ ਦੀ ਮੈਲ ਅੰਦਰ ਜੰਮ ਜਾਏ, ਫਰਕ ਓਨਾ ਹੀ ਵੱਧਦਾ ਜਾਂਦਾ ਹੈ। ਇਸ ਫਰਕ ਨੂੰ ਕੱਢਣਾ ਸਿਰਫ ਅੰਤਰ। ਤੁਸੀਂ ਪੜ੍ਹੋਗੇ ਬਾਣੀ ਭਗਤ ਨਾਮਦੇਵ ਜੀ ਦੀ, ਉਹਨਾਂ ਨੂੰ ਕਿਸੇ ਪੁੱਛਿਆ ਵੀ ਆਦਮੀ ਕੌਣ ਹੈ ਤੇ ਪਸ਼ੂ ਕਿਵੇਂ ਦਾ? ਤੇ ਬਚਨ ਕੀਤੇ, ਕਹਿਣ ਲੱਗੇ ਜਿਨ ਕੇ ਭੀਤਰ ਹੈ ਅੰਤਰਾ। ਅੰਤਰਾ ਕਿਹਨੂੰ ਕਹਿੰਦੇ ਨੇ? ਅੰਤਰਾ ਇੱਕ ਤੁਸੀਂ ਆ ਵੀ ਆ ਵਜਾਉਣ ਵਾਲਾ ਵੀ ਹੈ, ਅੰਤਰਾ। ਜਿਨ ਕੇ ਭੀਤਰ ਹੈ ਅੰਤਰਾ, ਜਿਸ ਬੰਦੇ ਦੇ ਵਿੱਚ ਫਰਕ ਹੈ, ਅੰਤਰ ਹੈ, ਉਹ ਕਿਹੜੇ ਕੰਮ ਆਵੇਗਾ? ਫਰਕ ਹੈ ਉਹਦੇ ਵਿੱਚ, ਸੰਸਾ ਹੈ, ਸ਼ੰਕਾ ਹੈ, ਫਰਕ ਹੈ ਉਹਦੇ ਅੰਦਰ। ਕਲਗੀਆਂ ਵਾਲੇ ਨੇ ਕਿਹਾ ਸੀ ਇੱਕ ਸੱਜਣ ਨੂੰ ਕਿ ਤੂੰ ਇਸ ਭਾਂਡੇ ਵਿੱਚ ਮੈਨੂੰ ਇਸ ਮੱਝ ਦਾ ਦੁੱਧ ਚੋ ਕੇ ਦੇ। ਰਾਏਕੋਟ ਵਿੱਚ ਜਦੋਂ ਚੋਣ ਲੱਗਾ ਤੇ ਉਹਦਾ ਧਿਆਨ ਗਿਆ, ਇੱਕ ਤੇ ਮੱਝ ਮਿਲਦੀ ਕੋਈ ਨਹੀਂ ਸੀ, ਉਹ ਵੀ ਪਹਿਲਾਂ ਵਿਸ਼ਵਾਸ ਕਰਕੇ ਬੈਠਾ ਸੀ, ਕਿਉਂਕਿ ਇਹਦੀ ਮੱਝ ਮਿਲਦੀ ਨਹੀਂ ਸੀ, ਦੁੱਧ ਨਹੀਂ ਸੀ ਦਿੰਦੀ, ਦੁੱਧ ਉਹਦਾ ਸੁੱਕ ਚੁੱਕਾ ਸੀ। ਤਾਂ ਸਤਿਗੁਰਾਂ ਦੀ ਉੱਤੇ ਵਿਸ਼ਵਾਸ ਕਰਕੇ ਬਹਿ ਗਿਆ। ਕਈ ਵਾਰੀ ਮੈਂ ਸਮਝਣਾ, ਜਿਹੜੇ ਲੋਕ ਗੁਰੂ ਤੋਂ ਦੂਰ ਰਹਿੰਦੇ ਨੇ, ਉਹਨਾਂ ਵਿੱਚ ਵਿਸ਼ਵਾਸ ਬੜਾ ਸੰਘਣਾ ਹੁੰਦਾ ਹੈ। ਸਾਨੂੰ ਸਿਖਾ ਜਾਂਦੇ ਨੇ, ਸਗੋਂ ਆ ਕੇ ਦੱਸ ਜਾਂਦੇ ਨੇ ਵੀ ਤੁਹਾਡਾ ਗੁਰੂ ਇੰਨਾ ਵੱਡਾ ਹੈ। ਤੇ ਜਿਹੜੇ ਆਪਾਂ ਕੋਲ ਰਹਿਣ ਲੱਗ ਪਏ ਨੇ, ਕੁਦਰਤ ਦਾ ਨਿਯਮ ਹੀ ਐਸਾ ਹੈ, ਇਹ ਕਿਸੇ ਦੇ ਵੱਸ ਦੀ ਗੱਲ ਨਹੀਂ। ਜਿਹੜੇ ਪਰਿਵਾਰ 'ਚ ਅਵਤਾਰ ਵੀ ਹੋਏ, ਉਹਨਾਂ ਨੇ ਵੀ ਇਹ ਕਿਹਾ ਵੀ ਇਹ ਉਹੀ ਬੰਦਾ ਜਿਹੜਾ ਇੱਥੇ ਕੱਲ੍ਹ ਪਰਸੋਂ ਤੁਰਿਆ ਫਿਰਦਾ ਸੀ। ਇਹ ਕੁਦਰਤ ਦਾ ਨਿਯਮ ਹੀ। ਕੁਝ ਕੋਲ ਵਾਲੇ ਬੜੇ ਘੱਟ, ਬੰਦਾ ਕੋਲ ਵੀ ਰਵੇ
ਤੇ ਆਪਣੇ ਗੁਰੂ ਨੂੰ ਵੱਡਾ ਵੀ ਸਮਝੇ, ਬੜਾ ਘੱਟ ਹੋ ਸਕਦਾ ਹੈ। ਇਸ ਕਰਕੇ ਜੇ ਕੋਲ ਰਹਿ ਕੇ ਵੱਡਾ ਨਹੀਂ ਸਮਝਣਾ ਗੁਰੂ ਨੂੰ, ਇਹਦੇ ਨਾਲੋਂ ਦੂਰ ਵਾਲੇ ਚੰਗੇ, ਕਿਉਂਕਿ ਭੈ ਤੇ ਬਣਿਆ ਰਹੇਗਾ ਨਾ। ਇਹ ਬੜਾ ਮੁਸ਼ਕਲ ਹੈ। ਜੇ ਕਿਤੇ ਵੀ ਤੁਹਾਨੂੰ ਕੋਈ, ਇਹ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ, ਜੇ ਕਿਤੇ ਤੁਹਾਨੂੰ ਕਿਸੇ ਗੁਰਮੁਖ ਦੀ ਸੰਗਤ ਮਿਲੇ, ਨਸੀਬ ਹੋਵੇ, ਇੱਕ ਖਿਆਲ ਰੱਖਣਾ, ਜੇ ਤੇ ਨੇੜੇ ਹੋਣਾ ਫਿਰ ਉਹਦੇ ਸਰੀਰਕ ਚੀਜ਼ਾਂ ਨੂੰ ਵੇਖਣਾ ਬੰਦ ਕਰ ਦੇਣਾ, ਨਹੀਂ ਤੇ ਟੁੱਟ ਜਾਏਗਾ ਸਭ। ਥੋੜ੍ਹੀ ਜਿਹੀ ਹਿੰਮਤ ਰੱਖਣੀ ਵੀ ਹੁਣ ਇਹ ਵਿਸ਼ਾ ਵੱਖਰਾ ਹੈ, ਉਹ ਵਿਸ਼ਾ ਵੱਖਰਾ, ਪਿਆਰ ਦੀ ਗੰਢ ਹੋਰ ਕਾਇਮ ਰਹਿਣੀ ਓ ਰਹਿਣੀ ਹੈ। ਤੇ ਜੇ ਵਿੱਚ ਆ ਗਈ ਬੁੱਧੀ, ਸੰਪਰਕ ਟੁੱਟ ਜਾਣਗੇ ਨੇੜੇ ਆਉਣ ਨਾਲ। ਇਸ ਲਈ ਕਹਿੰਦੇ ਨੇ ਸੰਤ ਤੇ ਅੱਗ ਇੱਕੋ ਜਿਹੇ ਹੁੰਦੇ ਨੇ, ਦੂਰੋਂ ਹੱਥ ਰੱਖੀਏ ਤੇ ਥੋੜ੍ਹਾ ਥੋੜ੍ਹਾ ਨਿੱਘ ਮਿਲਦਾ, ਜੇ ਹੱਥ ਵਿੱਚ ਫੜਨ ਦੀ ਕੋਸ਼ਿਸ਼ ਕਰੀਏ ਹੱਥ ਸਾੜ ਦਿੰਦੀ ਅੱਗ। ਹੱਥ ਵਿੱਚ ਫੜਨ ਦਾ ਮਤਲਬ ਕਈ ਵਾਰੀ ਬੰਦਾ ਇਹ ਗੁਰਮੁਖਾਂ ਨੂੰ ਆਪਣੇ ਹੱਥ ਵਿੱਚ ਲੈਣਾ ਚਾਹੁੰਦਾ ਹੈ, ਉਹ ਹੱਥ ਵਿੱਚ ਅਗਨੀ ਦਾ ਸੰਬੰਧ ਹੱਥਾਂ ਨਾਲ ਹੁੰਦਾ ਹੀ ਨਹੀਂ। ਤਾਂ ਵਿਸ਼ਵਾਸ ਉਸ ਬੰਦੇ ਦਾ ਬੜਾ ਗਹਿਰਾ ਪਹਿਲੀ ਵਾਰੀ ਮਿਲਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ। ਅਨੰਦਪੁਰ ਸਾਹਿਬ ਵੀ ਨਹੀਂ ਗਿਆ, ਅਨੰਦਪੁਰ ਸਾਹਿਬ ਤੇ ਉਹ ਵੀ ਗਿਆ ਸੀ ਨਾ ਜਿਹਦੇ ਕੋਲ ਘੋੜੀ ਮੰਗੀ ਸੀ ਆਲਮਗੀਰ, ਤੇ ਉਹਨੇ ਘੋੜੀ ਤੋਂ ਨਾ ਕਰ ਦਿੱਤੀ ਸੀ। ਉਹ ਗਿਆ ਕਈ ਵਾਰੀ, ਜਵਾਬ ਦੇ ਦਿੱਤਾ। ਇਸ ਕਰਕੇ ਸਤਿਗੁਰਾਂ ਨੇ ਕਿਹਾ ਮਾਨ ਨਾ ਕਰੀ, ਮਾਨ ਨਾ ਕੀਜੈ ਸਰਨ ਪਰੀਜੈ, ਕਿ ਤੂੰ ਕਿੰਨਾ ਨੇੜੇ ਹੈ ਕੋਈ ਪਤਾ ਨਹੀਂ। ਨੇੜੇ ਹੋ ਕੇ ਵੀ ਸਤਰਕ ਰਹਿ, ਜਾਂ ਤੂੰ ਫਿਰ ਅਰਦਾਸ ਕਰੀ ਚੱਲ ਵੀ ਤੂੰ ਹੀ ਰੱਖਣਾ ਸਭ ਕੁਝ। ਤਾਂ ਇਹ ਜਦੋਂ ਬੈਠਾ ਤੇ ਜਦੋਂ ਭਾਂਡਾ ਦਿੱਤਾ ਸਤਿਗੁਰਾਂ ਨੇ ਰਾਏਕੋਟ ਵਿੱਚ, ਕਹਿੰਦੇ ਇਹਦੇ ਵਿੱਚ ਦੁੱਧ ਚੋ ਦੇ। ਦੁੱਧ ਚੋਣ ਲੱਗਾ ਤੇ ਕੁਦਰਤੀ ਧਿਆਨ ਪੈਂਦਾ ਦੁੱਧ ਚੋਣ ਵਾਲੇ ਦਾ, ਭਾਂਡੇ ਵਿੱਚ ਵੇਖਿਆ ਵੀ ਸੁਰਾਖ ਨੇ। ਕਹਿਣ ਲੱਗਾ ਸਤਿਗੁਰੂ ਇੰਨੀ ਪ੍ਰੀਖਿਆ ਨਾ ਲਵੋ ਇਸ ਛੋਟੇ ਜਿਹੇ ਮਨ ਦੀ, ਕਦੀ ਇਹਨੇ ਨਮਾਜ਼ ਨਹੀਂ ਪੜ੍ਹੀ, ਕਦੀ ਇਹਨੇ ਖੁਦਾ ਨੂੰ ਜਪਿਆ ਨਹੀਂ, ਸਿੱਧਾ ਜਿਹਾ ਬੰਦਾ ਮੱਝਾਂ ਚਾਰਨ ਵਾਲਾ। ਪਹਿਲੇ ਦਿਨ ਤੁਹਾਡੇ ਨਾਲ ਵਾਹ ਪਿਆ ਹੈ ਤੇ ਮੈਂ ਤੁਹਾਡੇ ਤੇ ਇਹ ਤੇ ਵਿਸ਼ਵਾਸ ਕਰ ਲਿਆ ਸੀ ਵੀ ਮੱਝ ਦੁੱਧ ਨਹੀਂ ਦਿੰਦੀ, ਤੁਸੀਂ ਬਲੀ ਹੋ, ਫਕੀਰ ਹੋ, ਰੱਬ ਦੇ ਪਿਆਰੇ ਲੱਗਦੇ ਹੋ, ਤੁਹਾਨੂੰ ਮਿਲਿਆ ਮੈਨੂੰ ਕੁਝ ਇਸ ਦੁਨੀਆ ਤੋਂ ਵੱਖਰਾ ਪ੍ਰਤੀਤ ਹੋਇਆ। ਇੱਕ ਤੇ ਮੈਂ ਵਿਸ਼ਵਾਸ ਕਰ ਲਿਆ ਵੀ ਚਲੋ ਮੱਝ ਦੁੱਧ ਨਹੀਂ ਦਿੰਦੀ, ਦੇ ਦੇਗੀ। ਹੁਣ ਫਿਰ ਬੇਵਿਸ਼ਵਾਸੀ ਆ ਗਈ ਹੈ ਵੀ ਭਾਂਡੇ ਵਿੱਚ ਤੇ ਸੁਰਾਖ ਨੇ, ਫਰਕ ਹੈ, ਤਰੇੜਾਂ ਹੈ। ਜੇ ਕੋਈ ਦੁੱਧ ਚੋਇਆ ਤੇ ਉਹ ਸਾਰਾ ਡੁੱਲ ਜਾਣਾ, ਇਹਦੇ ਵਿੱਚੋਂ ਵਗ ਜਾਏਗਾ। ਸਤਿਗੁਰਾਂ ਨੇ ਇੱਕ ਵਚਨ ਕੀਤਾ ਸੀ, ਕਹਿਣ ਲੱਗੇ ਸੱਜਣਾ ਭਾਂਡੇ ਵੱਲ ਨਾ ਵੇਖ, ਮੈਂ ਵੀ ਤੈਨੂੰ ਤਾਂ ਹੀ ਚੁਣਿਆ, ਤੇਰੇ ਮਨ ਵਿੱਚ ਛੇਕ ਨਹੀਂ, ਤੇਰਾ ਮਨ ਸਾਬਤ ਹੈ। ਜਿਨ੍ਹਾਂ ਦੇ ਮਨ ਸਾਬਤ ਹੁੰਦੇ ਨੇ ਉਹਨਾਂ ਦੇ ਪਾਟੇ ਹੋਏ ਸੁਰਾਖਾਂ ਵਾਲੇ ਭਾਂਡੇ ਵੀ ਚੋਣੋਂ ਬਚ ਜਾਂਦੇ ਨੇ, ਉਹਨਾਂ ਵਿੱਚ ਵੀ ਖਲੋ ਜਾਏਗਾ ਦੁੱਧ। ਤੇ ਜਿਨ੍ਹਾਂ ਦੇ ਮਨ ਵਿੱਚ ਫਰਕ ਹੈ ਨਾ, ਨੀਅਤ ਰਾਸ ਨਹੀਂ, ਨੀਅਤ ਖੋਟੀ ਹੈ, ਲੱਖ ਭਾਂਡੇ ਵਧੀਆ ਹੋਣ, ਉਹਨਾਂ ਦੇ ਭਾਂਡਿਆਂ ਵਿੱਚੋਂ ਆਖਰ ਨੂੰ ਦੁੱਧ ਚੋ ਹੀ ਜਾਇਆ ਕਰਦਾ ਹੈ। ਕਬੀਰ ਜਾਂ ਕੀ ਦਿਲ ਸਾਬਤ ਨਹੀਂ, ਤਾਂ ਕੋ ਕਹਾਂ ਖੁਦਾਏ, ਕਿੱਧਰ ਹੈ ਰੱਬ ਦੀ ਗੱਲ, ਛੱਡੋ ਰਹਿਣ ਦਿਓ ਇਸ। ਇਹਦਾ ਮਤਲਬ ਇਹ ਹੈ ਐਵੇਂ ਨਾ ਵਕਤ ਜਾਇਆ ਕਰੋ, ਪਹਿਲਾਂ ਉਹਨੂੰ ਠੀਕ ਕਰੋ ਜਿਹਨੇ ਇੱਥੇ ਕੰਮ ਕਰਨਾ, ਉਸ ਹੰਸ ਨੂੰ ਜਗਾਓ। ਤਾਂ ਉਹਨੇ ਦੁੱਧ ਚੋਇਆ, ਸਾਬਤ ਪੀ ਲਿਆ। ਸਤਿਗੁਰੂ ਨੇ ਕਹਿ ਦਿੱਤਾ ਵਿਸ਼ਵੰਬਰ ਹੈ ਸਰਬੰਗ ਭਰ ਹੈ, ਤੂੰ ਸਾਰਿਆਂ ਨੂੰ ਭਰਨ ਵਾਲਾ ਹੈ, ਸਾਰੇ ਵਿਸ਼ਵ ਨੂੰ ਦੇਣ ਵਾਲਾ ਹੈ। ਤਾਂ ਕਬੀਰ ਸਾਹਿਬ ਤੇ ਰਵਿਦਾਸ ਇਹ ਕਹਿੰਦੇ ਨੇ ਕਿ ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਅਨੁਭਵ ਭਾਉ ਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨਾ ਪਰਸੈ। ਫਿਰ ਕਹਿੰਦੇ ਦੇਵ ਸੰਸੈ ਗਾਂਠ ਨਾ ਛੂਟੈ, ਅੰਦਰੋਂ ਸੰਸੇ ਨਹੀਂ ਜਾਂਦੇ, ਬੇਵਿਸ਼ਵਾਸੀ ਨਹੀਂ ਜਾਂਦੀ, ਅੰਤਰ ਨਹੀਂ ਮਿਟਦਾ, ਫਰਕ ਨਹੀਂ ਜਾਂਦਾ। ਦੇਵ ਸੰਸੈ ਗਾਂਠ ਨਾ ਛੂਟੈ, ਦੇਵ ਦੇ ਇੱਥੇ ਅਰਥ ਨੇ ਵਾਹਿਗੁਰੂ ਅਕਾਲ ਪੁਰਖ।
ਅਰਦਾਸ ਪੈ ਕਰਦੇ ਨੇ, ਮੇਰੇ ਅੰਦਰੋਂ ਤੂੰ ਸੰਸਿਆਂ ਨੂੰ ਕੱਢ ਦੇ, ਬੇਵਿਸ਼ਵਾਸੀ ਨੂੰ ਖਤਮ ਕਰ ਦੇ। ਦੇਵ ਸੰਸੈ ਗਾਂਠ ਨਾ ਛੂਟੈ, ਕਹਿੰਦੇ ਕਾਮ ਕ੍ਰੋਧ ਮਾਇਆ ਮਦ ਮਤਸਰ, ਇਨ ਪੰਚੋਂ ਮਿਲ ਲੂਟੇ। ਮੇਰੇ ਵਿਸ਼ਵਾਸ ਨੂੰ ਇਹਨਾਂ ਪੰਜ ਚੀਜ਼ਾਂ ਨੇ ਅੰਦਰੋਂ ਲੁੱਟ ਲਿਆ। ਕਾਮ, ਕ੍ਰੋਧ, ਸੰਸਾਰ ਦੀ ਪਕੜ ਤੇ ਮਤਸਰ। ਮਤਸਰ ਬੜੀ ਭੈੜੀ ਬਿਮਾਰੀ ਹੈ ਸਾਡੇ ਮਨ ਦੀ। ਮਤਸਰ ਦਾ ਅਰਥ ਹੈ ਈਰਖਾ। ਇਨ ਪੰਚੋਂ ਮਿਲ ਲੂਟੇ, ਕਿਹਨੂੰ ਲੁੱਟ ਲਿਆ? ਮੇਰੇ ਵਿਸ਼ਵਾਸ ਨੂੰ। ਤੇ ਅੰਦਰ ਕੀ ਬਣਿਆ ਰਹਿੰਦਾ ਹੈ? ਅੱਗੇ ਕਿਹਾ, ਕਹਿੰਦੇ ਹਮ ਬੜ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨ ਨਾਠੀ। ਫਿਰ ਅੱਗੇ ਇੱਕ ਹੋਰ ਗੱਲ ਕਹੀ, ਕਹਿੰਦੇ ਸਾਡੀ ਹਾਲਤ ਇਹ ਹੈ ਅਕਾਲ ਪੁਰਖ, ਪੜ੍ਹਦੇ ਅਸੀਂ ਜ਼ਰੂਰ, ਪਰ ਸਾਡੇ ਵਿੱਚ ਕਈ ਤਰ੍ਹਾਂ ਦਾ ਹੰਕਾਰ ਹੈ। ਉਹ ਕਿਹੜਾ ਹੈ? ਹਮ ਵੱਡ ਕਬ, ਅਸੀਂ ਕਵੀ ਬੜੇ ਵੱਡੇ ਹਾਂ। ਕੁਲੀਨ, ਸਾਡੀ ਕੁਲ ਖਾਨਦਾਨ ਬੜਾ ਵੱਡਾ ਹੈ। ਹਮ ਪੰਡਿਤ, ਅਸੀਂ ਵਿਦਵਾਨ ਬਹੁਤ ਵੱਡੇ ਹਾਂ। ਜੋਗੀ, ਸਾਨੂੰ ਸਮਾਧੀਆਂ ਲਾਉਣੀਆਂ ਹੁੰਦੀਆਂ ਨੇ, ਸਾਡੇ ਚੱਕਰ ਖੁੱਲ੍ਹ ਗਏ ਜੇ। ਹਮ ਜੋਗੀ ਸੰਨਿਆਸੀ, ਸੰਨਿਆਸ ਕਰਨਾ ਹੁੰਦਾ ਸਾਨੂੰ। ਗਿਆਨੀ ਗੁਣੀ ਸੂਰ ਹਮ ਦਾਤੇ, ਗੁਣ ਬੜੇ ਨੇ, ਸੂਰਮੇ ਬੜੇ ਆ, ਦਾਨ ਬੜਾ ਕਰੀਦਾ ਹੈ। ਗੁਰਦੁਆਰਾ ਕੱਲਿਆਂ ਨਹੀਂ ਬਣਾ ਦਿੱਤਾ ਜੇ। ਇਹ ਬੁੱਧ, ਇਸ ਤਰ੍ਹਾਂ ਦੀ ਬਿਮਾਰੀ ਕਬੈ ਨਾ ਨਾਠੀ, ਅੰਦਰੋਂ ਸੁੱਤਿਆਂ ਵੀ ਨਹੀਂ ਜਾਂਦੀ, ਜਾਗਦਿਆਂ ਤੇ ਰਹਿਣੀ ਹੈ। ਫਿਰ ਅੱਗੇ ਕਿਹਾ, ਕਹਿ ਰਵਿਦਾਸ ਸਭੈ ਨਹੀਂ ਸਮਝਸ, ਭੂਲ ਪਰੇ ਜੈਸੇ ਬੌਰੇ। ਕਹਿਣ ਲੱਗੇ ਇਹਨਾਂ ਹੰਕਾਰਾਂ ਵਿੱਚ ਦੁਨੀਆ ਕਮਲੀ ਹੋ ਗਈ। ਬੌਰੇ ਦਾ ਅਰਥ ਕਮਲੇ ਹੋ ਜਾਣਾ। ਮੈਂ ਗੱਲ ਕਰ ਰਿਹਾ ਸੀ, ਕਿੰਨਾ ਡੂੰਘਾ ਗਿਆਨ ਆਇਆ ਇੱਕ ਮਰੇ ਹੋਏ ਪਸ਼ੂ ਢੋਣ ਵਾਲੇ ਵਿੱਚੋਂ। ਕਲਗੀਆਂ ਵਾਲੇ ਉਸੇ ਨੂੰ ਕਹਿ ਰਹੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਕਿ ਸਰਬੰ ਕਲੀਮੈ, ਸਾਰਿਆਂ ਦੇ ਵਿੱਚ ਤੇਰੀ ਕਲਾਮ ਬੋਲ ਰਹੀ ਹੈ, ਤੇਰਾ ਗਿਆਨ ਬੋਲ ਰਿਹਾ ਹੈ। ਕਿਸੇ ਦਾ ਗਿਆਨ ਕੋਈ ਨਹੀਂ। ਇਸ ਲਈ ਕੋਈ ਵੀ ਚੀਜ਼ ਭਗਤੀ ਬਣ ਜਾਂਦੀ ਹੈ ਤੇ ਕੋਈ ਵੀ ਚੀਜ਼ ਭਗਤੀ ਤੋਂ ਬੰਦੇ ਨੂੰ ਡੇਗ ਜਾਂਦੀ। ਗੁਣ ਮਾੜਾ ਨਹੀਂ ਕੋਈ ਵੀ। ਆਦਮੀ ਕੋਲ ਗੁਣ ਹੋਵੇ ਬਹੁਤਾ ਤੇ ਗੁਣ ਚੇਤੇ ਨਾ ਰਵੇ, ਆਮ ਹਵਾ ਵਿੱਚ ਰਹੇ ਬੰਦਾ, ਬਸ ਸਮਝ ਲਓ ਇਹ ਗੁਣ ਇਹਦੀ ਭਗਤੀ ਬਣ ਗਿਆ, ਇਹਨੂੰ ਪਾਰ ਕਰ ਦੇਗਾ। ਇਹ ਗੁਣ ਹੀ ਭਗਤੀ ਬਣ ਗਿਆ। ਤੇ ਜੇ ਗੁਣ ਆ ਗਿਆ, ਆਇਆ ਘੱਟ, ਅਜੇ ਇੱਕ ਦਿਨ ਕਥਾ ਕਰ ਲਈ ਸਟੇਜ ਤੇ, ਦੂਜੇ ਦਿਨ ਸੁਣਨ ਲਈ ਤਿਆਰ ਨਹੀਂ। ਬਸ ਹੁਣ ਸਾਨੂੰ ਕੀ ਲੋੜ ਹੈ ਜੀ, ਵਿਸ਼ੇ ਬਣ ਗਏ, ਗੱਲ ਖਤਮ ਹੋ ਗਈ। 2-4 ਵਾਰੀ ਗੇੜਾ ਜਿਹਾ ਕੱਢ ਆਏ ਕਿਤੇ 2-4 ਸਟੇਜਾਂ ਤੇ, ਛੱਡੋ ਹੁਣ ਤੇ ਬਸ ਗੱਲ ਬਣ ਗਈ, ਪਾਸਪੋਰਟ ਬਣਵਾਓ। ਇਹ ਛੋਟਾ ਭਾਂਡਾ ਹੈ। ਥੋੜ੍ਹਾ ਜਿਹਾ ਪੜ੍ਹਿਆ, ਪਹਿਲਾਂ ਤੇ ਝੁਕਦਾ ਸੀ, ਥੋੜ੍ਹਾ ਜਿਹਾ ਪੜ੍ਹ ਲਿਆ, ਉੱਥੇ ਗੱਲ ਖਤਮ। ਤਾਂ ਜਿੰਨਾ ਇਹ ਸੇਵਾ ਜਿਹੜੀ ਬੰਦੇ ਨੂੰ ਗਹਿਰਾ ਕਰਦੀ ਹੈ, ਉਹ ਪਚਾ ਲੈਂਦਾ ਬੜਾ ਕੁਝ। ਰੋਟੀ ਪਚਾਉਣੀ ਸੌਖੀ ਹੈ, ਨਾ ਪਚੇਗੀ ਗੋਲੀ ਲੈ ਆਵੋ ਜਾ ਕੇ। ਗਿਆਨ ਨਹੀਂ ਜੇ ਪਚਦਾ, ਨਾ ਇਹਦੀ ਕੋਈ ਗੋਲੀ ਹੈ ਗੁਰੂ ਤੋਂ ਬਿਨਾਂ। ਗਿਆਨ, ਸੇਵਾ, ਸਿਮਰਨ, ਦਾਨ ਬੜੀ ਭਾਰੀ ਖੁਰਾਕ ਹੈ, ਪਚਦੀ ਨਹੀਂ, ਖਰਾਬ ਕਰਦੀ। ਤਾਂ ਖੁਰਾਕ ਸਰੀਰ ਦੀ ਤਾਂ ਪਚੇ ਨਾ, ਚਲੋ 2-4 ਦਿਨਾਂ ਵਿੱਚ ਬੰਦਾ ਠੀਕ ਹੋ ਜਾਂਦਾ, ਪਰ ਇਹ ਨਹੀਂ ਠੀਕ ਹੋਣ ਦਿੰਦੀ। ਇਹ ਰੱਬ ਕਰੇ ਕਿਸੇ ਨੂੰ ਇਹ ਰੋਗ ਲੱਗੇ ਨਾ, ਗੁਰੂ ਉਹਨੂੰ ਜਾਗਦਾ ਰੱਖੇ, ਸੁਚੇਤ ਰੱਖੇ। ਤਾਂ ਸਤਿਗੁਰਾਂ ਨੇ ਕਿਹਾ, ਜੇ ਤੇਰੇ ਕੋਲ ਕਲਾਮ ਹੈ, ਵੇਖ ਸਾਰਿਆਂ ਦੀ ਆਵਾਜ਼ ਵਿੱਚ ਕੌਣ ਬੋਲ ਰਿਹਾ, ਸੁਰਤ ਜਗਾ ਕੇ ਵੇਖ, ਉਠਾ ਆਪਣੇ ਹੰਸ ਨੂੰ ਅੰਦਰੋਂ, ਇਹਨਾਂ ਪੰਛੀਆਂ ਦੀ ਆਵਾਜ਼ ਵਿੱਚ ਸੁਣ ਕਿਹਦੀ ਆਵਾਜ਼ ਆ ਰਹੀ ਹੈ।
इस दरिया दे चलदे होए पानी विचों किहदी आवाज़ आउंदी है जिद्दण इस तरह सुनन दी जाच आ गई। जिन्हों गुरु साहब ने कहा है ना बई सुनिए सरा गुणा के गा, सुनिए सत संतोख ज्ञान, वो सुनना केड़ा है? सुनिया असी बड़े चिर दा है, सत संतोख ज्ञान नहीं आया। तो सुनना है पहला बुद्धि नाल, ते जदों सहजे सहजे बुद्धि छड्ड के थले उतरते जाना है। सुनदियां 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 फिर बुद्धि छड्ड के सुनना है, फिर हिरदे नाल सुनना है, फिर अर्थां वल नहीं जाओगे। फिर कथा कीर्तन तुसी इस तरह सुनोगे जिवें किसी पंछी की आवाज़ सुन रहे हो। तो आपां कई बारी कहने ना पंछी बड़ा सोहना बोलदा है, आपां शब्द कह देने वेखो पंछी किन्ना सोहना बोलदा पिया। तो जो उस बंदे नूं पुछ लईए भी पंजाबी विच बोलिया है कि अंग्रेजी विच, इन्हें की कहा है जिन्हों तू कहना बड़ा सोहना बोलदा है? वो कहेगा नहीं जी ये समझ आने वाली गल थोड़ी है, ये तो सिर्फ उंज वैसे आनंद है इहदा सुनना, वैसे चंगा लगा है। बड़े लोग कहते ने कहते बाणी की समझ नहीं आती, कहते पढ़न का की लाभ है, पता ही नहीं लगा है की गल। कहते पहला अर्थ सिखो फिर सिख बनया जे, नहीं ये गलती कर ली। गुरु कृपा करे सिख पहला बनीए अर्थ बाद विच सिखिए, कम आउणगे। अर्थ पहला सिख लै सिखी ना आई अर्थ खराब करनगे, बड़ियां नूं कीता खराब। पहला सिख होना चाहिए, सिख पहला होना जरूरी है। भाई नंद लाल जी नूं गुरु गोबिंद सिंह ने कहा सी मैं करा कुछ व्याख्या, कहन लगे बाद विच करी, पहला सिख बन। क्योंकि जिन्ना चिर तू सिख ही नहीं उन्ना चिर सिखी की व्याख्या किवें हो सकती तेरे। तो ये सुनना जिहड़ा है ना जिहदे नाल सत संतोख ज्ञान आउंदे ने, ये उदाहरणां आउण लग पईयां ने हुण संसार विच, विदेश विच, जिन्हां नूं पंजाबी दा पता ही नहीं। अंग्रेज लोग कीर्तन सुनिया ध्यान टिक गया, उन्होंने जाके पुछो तेनू अर्थ आउंदे, कहंदे पंजाबी ही नहीं आउंदी। फिर तेनू किने टिका दिता? उन्होंने कहंदे गुरु का शब्द, गुरु का बचन। जिन्हां दा विश्वास जागया पढ़ना चंगा है, बहुत वधिया है, कोई शक नहीं, बड़ी बड़ी चीज़ है। सिख कोल धरती दियां सारियां भाषावां दा ज्ञान होना चाहिए, पर गुरु कृपा करे ये बड़ा घट हुंदा है भी बंदे कोल ज्ञान आ जाए तो वह अपने गुरु नूं भी बख्शदा, फिर बड़ी मुश्किल हुंदा है। कोई हज़ार विचों एक बंदा इस तरह का मिलेगा जिहड़ा पढ़ के भी गुरु के उत्ते भरोसा जमाई रखे, नहीं तो जरूर कहना शुरू कर देगा ये किवें हो सकता, ये किवें हो सकता। तो ये सारियां दे विचों उहदी कलाम नूं सुनना। फिर सतगुरां ने दूसरा बचन कीता, कहंदे परमंग के परमंग फहीमै। फहीमै दे अर्थ कीते ने, परमंग दा अर्थ है वड्डा, फहीम दा अर्थ है बुद्धिवान सियाणा। और इन्ना सियाणा जिहड़ा वक्ती सियाणा नहीं। आपां जिवें हुण इत्थे बैठे हाँ वक्ती तौर पर सियाणे आ, सिर्फ सामने जो कुछ दिस रहा है उन्होंने असीं ठीक करांगे, पर रब इस तरह का वक्ती सियाणा नहीं, वो भविष्यत सियाणा भी है। बंदा सियाणा जरूर है, उन्हें की कीता है, उन्हें अज विज्ञान का विकास कर दिता है, गड्डियां की गिनती वध गई है, बड़ा कुछ वध गया, पर उन्होंने ये नहीं पता भी तू वक्ती तौर पर सियाणा है, पर तू भविष्यत तौर पर कमला है। क्योंकि इन्हां चीज़ों ने एक दिन तेनू किसी दुख के गेड़ विच पा देना। बंदे ने अज एटम बम बनाया, पहले दिन जिन्हें बनाया सी वो पता कादे वास्ते, पहाड़ बड़े वड्डे सन, कोई सज्जन तोड़दा सी टुटदे नहीं सन, उन्हें खोज की सी भी पहाड़ां नूं इस तरह तोड़ीदा इस बंब द्वारा, बड़ा शक्तिशाली है। वो बंदा वक्ती तो सियाणा सी, पर वो भविष्यत सियाणा नहीं सी भी अज तो पहाड़ तोड़न वास्ते तू बंब बना रहा है, कल नूं इहनूं बंदे तोड़न वास्ते बंदे ने वरत लेना है। इस करके वो भविष्यत सियाणा नहीं।
ਅਕਾਲ ਪੁਰਖ ਕਹਿੰਦੇ ਕਿ ਪਰਮੰਗ ਫਹੀਮੈ, ਉਹ ਭਵਿੱਖਿਅਤ ਸਿਆਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਅੱਜ ਕੰਮ ਹੋ ਰਿਹਾ ਹੈ ਇਹਦੇ ਲਾਭ ਹੋਣੇ ਨੇ ਕਿ ਨੁਕਸਾਨ। ਇਹਨੂੰ ਕਿਹਾ ਗੁਰੂ ਸਾਹਿਬ ਨੇ ਕਿ ਦੇ ਲੰਮੀ ਨਦਰ ਨਿਹਾਲੀਐ, ਲੰਮੀ ਸਮਝ ਵਾਲਾ ਹੈ। ਫਹੀਮੈ ਹੈ, ਮਹਾਨ ਹੈ, ਇਹ ਉਹਦੇ ਅੰਦਰ ਬੜੀ ਵੱਡੀ ਬਰਕਤ ਹੈ, ਸਿਆਣਪ ਹੈ। ਐਸੇ ਪ੍ਰਭੂ ਨੂੰ ਜ਼ਰੂਰ ਜੀਵਨ ਦੇ ਵਿੱਚ ਚੇਤੇ ਰੱਖਣਾ ਚਾਹੀਦਾ, ਜਪਣਾ ਚਾਹੀਦਾ। 1-2 ਮਿੰਟ ਵਾਸਤੇ ਸ਼ਬਦ ਨਾਲ ਜੁੜੀਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।